ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਕਿਸੇ ਵੀ ਸਮੇਂ 'ਚ ਅਹਿਮ ਹੁੰਦਾ ਹੈ ਕਿ ਕਿਸੇ ਖਾਸ ਵਿਅਕਤੀ ਦਾ ਤੁਰ ਜਾਣਾ ਤੁਹਾਡੇ ਤੇ ਕਿੰਨਾ ਅਸਰ ਪਾਉਂਦਾ। ਕਮਾਲ ਖਾਨ ਐਨਡੀਟੀਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਐਸਾ ਵਸਿਆ ਨਾਂ ਸੀ ਜਿਹਨੇ ਆਪਣੀ ਪਛਾਣ, ਆਪਣੀ ਖਾਸੀਅਤ ਲੋਕ ਮਨਾਂ ਤੇ ਛੱਡੀ। ਉਹਨਾਂ ਦਾ ਅਚਨਚੇਤ ਚਲੇ ਜਾਣਾ ਤਕਲੀਫ ਦੇ ਹੈ। ਸਾਡੇ ਵਰਗੇ ਸਿਖਾਂਦਰੂ ਕਈ ਵਾਰੀ ਇਹਨਾਂ ਮਹਾਰਥੀਆਂ ਕੋਲੋਂ ਸਿੱਖਦੇ ਨੇ, ਲੇਕਿਨ ਇਹ ਵੀ ਵਿਡੰਬਨਾ ਹੈ ਪਰਿਸਥਿਤੀਆਂ ਦੀ। ਇਹ ਵੀ ਸਾਡੇ ਸਮਿਆਂ ਦਾ ਸਭ ਤੋਂ ਵੱਡਾ ਦੁਖਾਂਤ ਹੈ ਕਿ ਅਸੀਂ ਰਿਕਗਨਾਈਜ਼ ਨਹੀਂ ਕਰਦੇ ਲੋਕਾਂ ਨੂੰ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੁੰਦਾ। ਕਮਾਲ ਖਾਨ ਪੱਤਰਕਾਰਤਾ ਦੇ ਖੇਤਰ 'ਚ ਵੱਡਾ ਨਾਂ, ਤੁਰ ਜਾਣਾ ਉਹਨਾਂ ਦਾ ਦੁਖਦਾਈ ਹੈ। ਸਭ ਨੂੰ ਅੱਜ ਕੱਲ੍ਹ ਖਿਆਲ ਰੱਖਣਾ ਚਾਹੀਦਾ। ਇਹ ਵਾਇਰਲ, ਇਹ ਬਹੁਤ ਸਾਰੇ ਜਿਹੜੇ ਸਾਡੇ ਸਮਿਆਂ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ, ਬਹੁਤ ਸਾਰੇ ਆਮ ਲੋਕ ਚਲੇ ਗਏ। ਖੈਰ, ਇਸ ਸ਼ਰਧਾਂਜਲੀ ਨਾਲ ਕਈ ਵਾਰੀ ਤਾਂ ਸ਼ਬਦ ਵੀ ਨਹੀਂ ਔੜਦੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡੀ ਜ਼ੁਬਾਨ, ਤੁਹਾਡਾ ਮਨ, ਤੁਹਾਡਾ ਦਿਮਾਗ ਇੱਕ ਲਾਈਨ 'ਚ ਨਹੀਂ ਹੁੰਦਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਫੀਲਡ ਵਿੱਚ ਨੇ ਉਹਨਾਂ ਨੂੰ ਕਹੀਏ ਇਹਤਿਆਤ ਜ਼ਰੂਰ ਵਰਤੋ। ਪਤਾ ਨਹੀਂ ਹੁੰਦਾ ਕਦੋਂ ਤੁਸੀਂ ਕਿਸ ਬਿਮਾਰੀ ਦੀ ਚਪੇਟ 'ਚ ਆ ਜਾਣਾ। ਖੈਰ, ਜੇ ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਦਿਨ ਅਹਿਮ ਆ। ਅੱਜ ਇਲੈਕਸ਼ਨ ਕਮਿਸ਼ਨ ਨੇ ਮੀਟਿੰਗ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਦਾ ਸਾਹ ਸੌਖਾ ਕਰਨਾ ਕਿ ਔਖਾ ਕਰਨਾ, ਇਹ ਚੋਣ ਰੈਲੀਆਂ ਜਾਂ ਬਾਕੀ ਕੋਵਿਡ ਪਾਬੰਦੀਆਂ ਨੂੰ ਕਿਵੇਂ ਅੱਗੇ ਵਧਾਉਣਾ, ਇਹ ਉਹਨਾਂ ਨੇ ਫੈਸਲਾ ਕਰਨਾ। ਅਕਾਲੀ ਦਲ ਚਿੱਠੀਆਂ ਲਿਖ ਲਿਖ ਥੱਕ ਗਿਆ। ਦੂਜੇ ਪਾਸੇ ਜੇਕਰ ਅੱਜ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਨੂੰ ਘਟਾ ਕੇ ਨਾ ਦੇਖੋ ਤੇ ਚੰਗਾ ਰਹੂਗਾ, ਕਿਉਂਕਿ ਜੇ ਅਗਲੇ ਇਹ ਕਹਿੰਦੇ ਨੇ ਕਿ ਦੇਖੋ ਸੰਯੁਕਤ ਕਿਸਾਨ ਮੋਰਚੇ ਤੋਂ ਸੰਯੁਕਤ ਸਮਾਜ ਮੋਰਚਾ ਸੇਮ ਨਾਂ ਤੇ ਤੁਸੀਂ ਬਣਾ ਕੇ ਅੱਗੇ ਵਧਿਓ, ਕੋਈ ਵੀ ਨੈਗੇਟਿਵ ਟਿੱਪਣੀ ਪੰਜਾਬ ਤੇ ਅਸਰ ਤਾਂ ਛੱਡੂਗੀ। ਖੈਰ, ਮੈਨੂੰ ਲੱਗਦਾ ਨਹੀਂ ਕਿ ਉਹ ਆਪਣੇ ਸਾਥੀਆਂ ਨਾਲ ਇੰਜ ਕਰਨਗੇ, ਪਰ ਉਹਨਾਂ ਦੀ ਮੀਟਿੰਗ 'ਚ ਕਿਹੜੇ ਫੈਸਲੇ ਲਏ ਜਾਂਦੇ ਅਹਿਮ ਹੋਣਗੇ। ਭਗਵੰਤ ਮਾਨ ਜਦੋਂ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਪਟਾਕਾ ਪਾਉਣ ਹੀ ਵਾਲਾ ਹੈ, ਤਾਂ ਉਦੋਂ ਭਗਵੰਤ ਮਾਨ ਦੀ ਸਰੀਰਕ ਭਾਸ਼ਾ ਨੂੰ ਵੀ ਦੇਖਣਾ ਬਣਦਾ ਹੈ ਕਿ ਇੱਕ ਪਟਾਕਾ ਜਿਹੜਾ ਉਹ ਆਮ ਆਦਮੀ ਪਾਰਟੀ 'ਚ ਵੀ ਪੈ ਰਿਹਾ। 8 ਲੱਖ ਲੋਕ ਕਹਿੰਦੇ ਦਸਤਕ ਦੇ ਗਏ ਨੇ। ਹੁਣ 8 ਲੱਖ ਲੋਕਾਂ 'ਚ ਕਿਹਨੇ ਕਿਹਦਾ ਨਾਂ ਲਿਆ, ਇਹ ਵੀ ਦਿਲਚਸਪ ਦੇਖਣਾ। ਸਾਹ ਤੇ ਇੱਧਰ ਵੀ ਚੜੇ ਹੋਏ ਆ। ਕਾਂਗਰਸੀਆਂ ਦੇ ਸਾਹ ਤਾਂ ਫੁੱਲੇ ਪਏ ਨੇ। ਬਹੁਤ ਸਾਰੇ ਲੋਕਾਂ ਦੀਆਂ ਟਿਕਟਾਂ ਕੱਟਣ ਤੇ ਕੱਲ ਅੰਦਰ ਰੌਲੇ ਰੱਪੇ ਪੈਣ ਦੀਆਂ ਖਬਰਾਂ ਵੀ ਨਾਲ ਨਾਲ ਤੁਰਦੀਆਂ ਰਹੀਆਂ। ਕਿਹਨੂੰ ਮਿਲ ਗਈ, ਕਿਹਦੀ ਕੱਟੀ ਗਈ, ਸੁਣਿਆ ਕੁਝ ਨਵੇਂ ਲੋਕ ਵੀ ਸ਼ਾਮਲ ਕੀਤੇ ਜਾ ਰਹੇ ਆ। ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਲੜਾ ਕੇ ਬਾਅਦ 'ਚ ਅਸਤੀਫੇ ਦਵਾਓਗੇ ਲੋਕ ਸਭਾ ਰਾਜ ਸਭਾ ਤੋਂ, ਜਾਂ ਇੱਧਰ ਰੱਖੋਗੇ। ਵੈਸੇ ਰਾਜ ਸਭਾ ਦੀ ਕਹਿੰਦੇ ਅਪ੍ਰੈਲ 'ਚ ਬਹੁਤਿਆਂ ਦੀ ਟਰਮ ਖਤਮ ਹੋ ਜਾਣੀ ਆ। ਜੇਕਰ ਤੁਸੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਰਗੀਕਰਨ ਨੂੰ ਪਾਸੇ ਰੱਖ ਦਿਓਗੇ, ਸਵਾਦ ਨਹੀਂ ਆਉਣਾ। ਚੰਨੀ ਸਾਹਿਬ ਕਹਿੰਦੇ ਨੇ ਕਿ 32-34% ਵੋਟ ਵਾਲਿਆਂ ਲਈ ਤੁਸੀਂ ਜੇ ਇੱਕ ਹਫ਼ਤਾ ਇਲੈਕਸ਼ਨ ਅੱਗੇ ਵਧਾ ਦਿਓ, ਕਿਉਂਕਿ ਜਦੋਂ ਗੁਰੂ ਰਵਿਦਾਸ ਸਾਹਿਬ ਦਾ ਦਿਹਾੜਾ ਹੈ 16 ਵਾਲੇ ਦਿਨ, ਤਾਂ ਉਸ ਤੋਂ ਪਹਿਲਾਂ ਲੋਕ ਬਨਾਰਸ ਜਾਂਦੇ ਨੇ। ਸਿੱਧੂ ਸਾਹਿਬ ਆਪਣੇ ਏਜੰਡੇ ਤੇ ਤੁਰੇ ਆ, ਪ੍ਰਗਟ ਕਿਤੇ ਕਿਤੇ ਹੁਣ ਵਿਰੋਧ ਕਰਦੇ ਦਿਸਦੇ ਆ। ਨਵੇਂ ਸਮਿਆਂ 'ਚ ਪੁਰਾਣੇ ਰਿਸ਼ਤੇ ਟੁੱਟ ਜਾਂਦੇ, ਮਰ ਜਾਂਦੇ, ਗਾਂਹ ਤੁਰਦੇ ਆ। ਬਹੁਤ ਸਾਰੀਆਂ ਖਬਰਾਂ ਨੇ। ਅੱਜ ਮੇਰਾ ਵੀ ਕੋਈ ਬਹੁਤਾ ਸਾਥ ਨਹੀਂ ਦੇ ਰਿਹਾ ਸਰੀਰ, ਲੇਕਿਨ ਮੈਂ ਚਾਹੂੰਗਾ ਮਨਪ੍ਰੀਤ ਜੀ, ਤੁਸੀਂ ਹੁਣ ਦੇਖੋ ਗੱਲ ਕਿੱਥੋਂ ਤੋਰਨੀ ਆ। ਜੇ ਯੂਪੀ ਵਾਲੀ ਗੱਲ ਕਰੀਏ, ਬੀਜੇਪੀ ਨੂੰ ਸੰਕਟ ਤਾਂ ਹੈ। 2 ਸਾਬਕਾ ਮੰਤਰੀ, 5-6 ਵਿਧਾਇਕ ਫਿਰ ਚਲੇ ਗਏ। ਕਹਿੰਦੇ ਨੇ ਨਾ ਕਿ ਬਹੁਤ ਕੁਝ ਸਾਂਭਦਿਆਂ ਪਤਾ ਨਹੀਂ ਹੁੰਦਾ ਕਿੱਧਰੋਂ ਸੰਨ ਲੱਗ ਜਾਂਦੀ ਆ, ਲੀਕੇਜ ਹੋ ਜਾਂਦੀ ਆ। ਸਿਆਸਤ ਆ, ਕਈ ਵਾਰੀ ਅਸੀਂ ਤਗੜੇ ਹੋ ਕੇ ਵੀ ਸਾਂਭ ਨਹੀਂ ਪਾਉਂਦੇ ਚੀਜ਼ਾਂ। ਖੈਰ, ਸਭ ਤੋਂ ਪਹਿਲਾਂ ਮੈਨੂੰ ਪੰਜਾਬ ਦੇ ਚੋਣ ਦ੍ਰਿਸ਼ ਵਿੱਚ 2 ਮੀਟਿੰਗਾਂ ਦਾ ਅਰਥ ਸਮਝਾਇਓ। ਰੰਧਾਵਾ ਜੀ, ਦੇਖੋ ਜਿਹੜੀਆਂ 2 ਬੈਠਕਾਂ ਜੋ ਹੋਣ ਜਾ ਰਹੀਆਂ ਨੇ ਬਹੁਤ ਅਹਿਮ ਨੇ ਪੰਜਾਬ ਦੇ ਨਜ਼ਰੀਏ ਵੱਲੋਂ ਵੀ, ਤੇ ਜੇ ਭਾਰਤ ਦਾ ਤੁਸੀਂ ਦ੍ਰਿਸ਼ ਦੇਖਣਾ ਹੋਵੇ ਕਿਸਾਨਾਂ ਦੇ ਮੁਤਲਕ ਉਹਨਾਂ ਦੇ ਸਬੰਧ ਨੂੰ ਲੈ ਕੇ, ਉਸ ਸਬੰਧ ਦੇ ਵਿੱਚ ਵੀ ਇਹ ਜਿਹੜੀਆਂ ਬੈਠਕਾਂ ਬਹੁਤ ਇੰਪੋਰਟੈਂਟ ਨੇ। ਖਾਸ ਤੌਰ ਤੇ ਜੇ ਆਪਾਂ ਪਹਿਲੀ ਗੱਲ ਕਰੀਏ, ਕਿਸਾਨਾਂ ਦੀ ਜਿਹੜੀ ਬੈਠਕ ਆ ਉਹ ਅੱਜ ਫੇਰ ਸਿੰਘੂ ਬਾਰਡਰ ਤੇ ਹੋਣ ਜਾ ਰਹੀ ਹੈ। ਤੁਹਾਨੂੰ ਯਾਦ ਹੋਣਾ ਜਦੋਂ 9 ਤਰੀਕ ਨੂੰ ਯਾਨੀ ਕਿ 9 ਦਸੰਬਰ ਨੂੰ ਐਲਾਨ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਕਿ ਅਸੀਂ ਆਪਣਾ ਸੰਘਰਸ਼ ਖਤਮ ਕਰਦੇ ਹਾਂ ਔਰ ਇਸ ਤੋਂ ਬਾਅਦ ਅਸੀਂ ਇੱਕ ਬੈਠਕ ਕਰਾਂਗੇ। ਬੈਠਕ ਕਰਕੇ ਫਿਰ ਇਸ ਦੀ ਸਮੀਖਿਆ ਕਰਾਂਗੇ ਕਿ ਕੀ ਇਸ ਸੰਘਰਸ਼ ਨੂੰ ਹੁਣ ਅਸੀਂ ਕਿਸ ਤਰ੍ਹਾਂ ਅੱਗੇ ਵਧਾਉਣਾ। ਦੇਖੋ ਰੰਧਾਵਾ ਜੀ, 2-3 ਗੱਲਾਂ ਇਹ 'ਚ ਬਹੁਤ ਅਹਿਮ ਆ। ਇੱਕ ਤਾਂ ਜਿਹੜੇ ਪੈਂਡਿੰਗ ਮਸਲੇ ਆ ਜਿਸ ਨੂੰ ਲੈ ਕੇ ਇਹ ਸਾਰਾ ਸੰਘਰਸ਼ ਵਿੱਢਿਆ ਗਿਆ। ਦੇਖੋ, ਖੇਤੀ ਕਾਨੂੰਨ ਤਾਂ ਵਾਪਸ ਹੋ ਗਏ ਸੀ। ਉਹ ਤਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸੀ 19 ਨਵੰਬਰ ਨੂੰ, ਤੇ ਉਹਨਾਂ ਨੇ ਐਲਾਨ ਕਰਤਾ ਸੀ, ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਵਾਪਸ ਹੋ ਗਏ। ਲੇਕਿਨ ਉਸ ਤੋਂ ਬਾਅਦ ਦੇ ਜਿਹੜੇ ਮਸਲੇ ਆ ਉਸ ਨੂੰ ਉਹ ਬਹੁਤ ਧਿਆਨ ਦੇ ਨਾਲ ਅੱਜ ਉਹਦੀ ਸਮੀਖਿਆ ਹੋਏਗੀ ਕਿ ਹੁਣ ਉਸ ਮੁਤਲਕ ਜਾਂ ਉਸ ਦੇ ਸਬੰਧ ਦੇ ਵਿੱਚ ਅੱਗੇ ਸੰਘਰਸ਼ ਨੂੰ ਕਿਸ ਤਰ੍ਹਾਂ ਲੈ ਕੇ ਜਾਣਾ। ਜਿਸ ਤਰ੍ਹਾਂ
ਲਖੀਮਪੁਰ ਖੀਰੀ ਦਾ ਜਿਹੜਾ ਮਸਲਾ ਹੋਇਆ, ਉੱਥੇ ਅਜੇ ਵੀ ਅਜੇ ਕੁਮਾਰ ਮਿਸ਼ਰਾ ਟੈਣੀ ਜਿਹੜੇ ਕਿ ਗ੍ਰਹਿ ਰਾਜ ਮੰਤਰੀ ਆ, ਉਹਨਾਂ ਦਾ ਅਸਤੀਫਾ ਨਹੀਂ ਹੋਇਆ। 3 ਅਕਤੂਬਰ ਦੀ ਉਸ ਘਟਨਾ ਦੇ ਵਿੱਚ ਸਾਰਿਆਂ ਨੂੰ ਪਤਾ, ਉਹਦੀ ਤਹਿਕੀਕਾਤ ਚੱਲ ਰਹੀ ਆ, ਤੇ ਕਿਸਾਨਾਂ ਲਈ ਉਹ ਬਹੁਤ ਵੱਡੀ ਦੁਰਘਟਨਾ ਸੀ, ਜਿਸ ਵਿੱਚ ਕਿਸਾਨਾਂ ਦਾ ਮਾਰੇ ਜਾਣਾ ਔਰ ਜਿਨ੍ਹਾਂ ਉੱਤੇ ਜੀਪਾਂ ਜਿਹੜੀਆਂ ਸੀ ਜਾਂ ਗੱਡੀਆਂ ਸੀ, SUV ਸੀ, ਉਹ ਚੜਾ ਦਿੱਤੀਆਂ ਗਈਆਂ ਸੀ। ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਦੀ ਇਸ ਸੰਘਰਸ਼ ਦੇ ਦੌਰਾਨ ਮੌਤ ਹੋਈ ਆ, ਜਿਨ੍ਹਾਂ ਨੂੰ ਲਗਾਤਾਰ ਕਿਸਾਨ ਚਾਹੁੰਦੇ ਆ ਕਿ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਮਿਲੇ, ਉਹਨਾਂ ਨੂੰ ਮੁਆਵਜ਼ੇ ਮੁਤਲਕ ਵੀ ਇਹ ਬੈਠਕ ਹੋਣੀ ਹੈ ਕਿ ਮੁਆਵਜ਼ਾ ਕਿਉਂ ਨਹੀਂ ਸਰਕਾਰਾਂ ਦੇ ਰਹੀਆਂ। ਹਾਲਾਂਕਿ ਬਹੁਤ ਸਾਰੀਆਂ ਸਰਕਾਰਾਂ, ਜਿਵੇਂ ਪੰਜਾਬ ਸਰਕਾਰ ਹੋਈ ਜਾਂ ਤੇਲੰਗਾਨਾ ਦੀ ਸਰਕਾਰ ਹੋਈ, ਉਹਨਾਂ ਨੇ ਜ਼ਰੂਰ ਉਹਨਾਂ ਲਈ ਐਲਾਨ ਕੀਤੇ ਆ, ਨੌਕਰੀਆਂ ਦੀ ਵੀ ਗੱਲ ਕੀਤੀ ਹੈ, ਲੇਕਿਨ ਕੇਂਦਰ ਸਰਕਾਰ ਨੇ ਹਜੇ ਇਸ ਦਾ ਕੋਈ ਉੱਤਾ ਨਹੀਂ ਵਾਚਿਆ, ਉਹਨਾਂ ਨੇ ਹਜੇ ਇਸ ਮੁਤਲਕ ਕੋਈ ਗੱਲ ਨਹੀਂ ਕੀਤੀ। ਇਸ ਤੋਂ ਇਲਾਵਾ ਜਿਹੜਾ ਬਿਜਲੀ ਦਾ ਬਿੱਲ ਸੀ, ਬਿਜਲੀ ਸੋਧ ਬਿੱਲ, ਜਿਹਨੂੰ ਇਲੈਕਟ੍ਰਿਸਿਟੀ ਬਿੱਲ 2020 ਕਹਿੰਦੇ ਆ, ਜਾਂ ਆਰਡੀਨੈਂਸ ਪਰਾਲੀ ਦੇ ਸਬੰਧ ਦੇ ਵਿੱਚ ਲੈ ਕੇ ਆਂਦਾ ਸੀ, ਉਹਨਾਂ ਦੀ ਵੀ ਚਰਚਾ ਹੋਏਗੀ। ਤੇ ਕਿਸਾਨਾਂ ਨੂੰ MSP, ਆਪਾਂ ਉਸ ਚੀਜ਼ ਨੂੰ ਵੀ ਯਾਦ ਰੱਖੀਏ, ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਆ, ਉਸ ਨੂੰ ਕਾਨੂੰਨੀ ਅਧਿਕਾਰ ਦੇਣਾ, ਯਾਨੀ ਕਿ ਕਾਨੂੰਨੀ ਜਾਮਾ ਪਾਉਣਾ, ਇਸ ਦੀ ਵੀ ਚਰਚਾ ਹੋਏਗੀ। ਤੇ ਅਖੀਰਲੀ ਗੱਲ, ਔਰ ਜਿਹੜੀ ਸਭ ਤੋਂ ਲਾਸਟ ਬਟ ਨਾਟ ਦ ਲੀਸਟ, ਜਿਹੜਾ ਕਿਸਾਨਾਂ ਨੇ ਇੱਕ ਸਮਾਜ ਮੋਰਚਾ ਬਣਾ ਲਿਆ, ਕਿਸਾਨ ਸਮਾਜ ਮੋਰਚਾ, ਜਿਸ ਨੇ ਚੋਣਾਂ ਲੜੀਆਂ ਪੰਜਾਬ 'ਚ, ਉਸ ਨੂੰ ਲੈ ਕੇ ਅੱਜ ਬੈਠਕ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਰਹਿੰਦੀ ਆ, ਜਾਂ ਕਿਸ ਤਰ੍ਹਾਂ ਦੀਆਂ ਉਹਦੇ ਬਾਰੇ ਵਿਚਾਰ ਆਉਂਦੇ ਆ, ਕਿਉਂਕਿ ਇੱਥੇ ਇਕੱਲੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਨਹੀਂ ਮਿਲਣਾ, ਸਾਰੇ ਸੰਯੁਕਤ ਕਿਸਾਨ ਮੋਰਚੇ ਨੇ ਮਿਲਣਾ। ਉੱਥੇ ਉੱਤਰ ਪ੍ਰਦੇਸ਼ ਦੇ ਕਿਸਾਨ, ਰਾਜਸਥਾਨ ਦੇ ਕਿਸਾਨ, ਜਾਂ ਹਰਿਆਣੇ ਦੇ ਕਿਸਾਨ, ਜਾਂ ਬਾਕੀ ਵੀ ਸੂਬਿਆਂ ਤੋਂ ਕਿਸਾਨ ਜਿਹੜੇ ਆ, ਉਹਨਾਂ ਦੇ ਨੁਮਾਇੰਦੇ ਜਿਹੜੇ ਪਾਰਟਿਸਿਪੇਟ ਕਰਨਗੇ, ਉਹਨਾਂ ਦਾ ਇਸ ਪ੍ਰਤੀ ਕੀ ਵਿਚਾਰ ਰਹਿੰਦਾ, ਇਹ ਬਹੁਤ ਅਹਿਮ ਆ। ਤੇ ਜਿਹੜੀ ਦੂਸਰੀ ਬੈਠਕ ਆ, ਉਹ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ, ਉਹ ਵੀ ਬਹੁਤ ਮਹੱਤਵਪੂਰਨ ਆ। ਉਹ ਇਸ ਕਰਕੇ ਕਿ ਉਹ ਫੈਸਲਾ ਇਹ ਲੈਣਗੇ ਕਿ ਹੁਣ ਜਿਹੜੀਆਂ ਫਿਜ਼ੀਕਲ ਰੈਲੀਜ਼ ਆ, ਉਸ ਨੂੰ ਆਗਿਆ ਦੇਣੀ ਚਾਹੀਦੀ ਆ, ਉਸ ਨੂੰ ਪਰਮਿਸ਼ਨ ਦੇਣੀ ਚਾਹੀਦੀ ਹੈ ਜਾਂ ਨਹੀਂ। ਦੇਖੋ, ਜਿੱਥੇ ਤੱਕ ਮੇਰਾ ਮੰਨਣਾ, ਰੰਧਾਵਾ ਜੀ ਤੁਹਾਨੂੰ ਵੀ ਪਤਾ, ਜਿਹੜੇ ਕੇਸ ਆ COVID-19 ਵਾਇਰਸ ਦੇ, ਉਹ ਲਗਾਤਾਰ ਉਹਨਾਂ 'ਚ ਵਾਧਾ ਹੋ ਰਿਹਾ, ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਿਰਾਵਟ ਨਜ਼ਰ ਨਹੀਂ ਆ ਰਹੀ, ਔਰ ਨਾਲ ਦੀ ਨਾਲ ਜਿਹੜਾ ਨਵਾਂ ਵੇਰੀਐਂਟ ਆ ਓਮਿਕਰੋਨ, ਉਹਦੇ ਵਿੱਚ ਵੀ ਵਾਧਾ ਸਾਨੂੰ ਵੇਖਣ ਨੂੰ ਮਿਲ ਰਿਹਾ। ਕੱਲ ਹੀ ਮੈਂ ਦੇਖਿਆ ਸੀ ਕਿ 5000 ਤੋਂ ਕੇਸ ਜਿਹੜਾ ਵੱਧ ਉਹ ਓਮਿਕਰੋਨ ਦਾ ਆ ਚੁੱਕਾ। ਨਾਲ ਦੀ ਨਾਲ ਐਪਲੀਕੇਸ਼ਨਸ ਲਾਈਆਂ ਜਾ ਰਹੀਆਂ ਨੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਅਰਜ਼ੀ ਲਾਈ ਆ ਕਿ ਸਾਨੂੰ ਫਿਜ਼ੀਕਲ ਰੈਲੀਜ਼ ਕਰਨ ਦਾ ਇਜਾਜ਼ਤ ਦਿਓ। ਉਹਨਾਂ ਦਾ ਤਰਕ ਇਹ ਹੈ ਕਿ ਅਸੀਂ ਪਿੰਡਾਂ ਥਾਵਾਂ ਤੇ ਜਿੱਥੇ ਇੰਟਰਨੈਟ ਕਨੈਕਟੀਵਿਟੀ ਨਹੀਂ ਹੈ, ਜਾਂ ਟੈਲੀਵਿਜ਼ਨ ਨਹੀਂ ਆ, ਜਾਂ ਲੋਕਾਂ ਤੱਕ ਅਸੀਂ ਡਿਜੀਟਲ ਮਾਧਿਅਮ ਰਾਹੀਂ ਪਹੁੰਚ ਨਹੀਂ ਕਰ ਸਕਦੇ, ਅਸੀਂ ਉੱਥੇ ਤੱਕ ਪਹੁੰਚਣਾ। ਹਾਲਾਂਕਿ ਉਹਨਾਂ ਨੇ ਇਹ ਗੱਲ ਵੀ ਵਿੱਚ ਕਹੀ ਆ ਕਿ ਸਾਡੇ ਰੈਲੀਆਂ ਨੂੰ ਜਿਹੜਾ ਤੁਸੀਂ ਸੰਖਿਆ ਜਾਂ ਉਹਨਾਂ ਦੀ ਗਿਣਤੀ ਘਟਾ ਦਿਓ, ਲੇਕਿਨ ਸਾਨੂੰ ਪਹੁੰਚ ਕਰਨ ਦਿਓ। ਇੱਥੇ ਮੈਂ ਤੁਹਾਨੂੰ ਇਹ ਦੱਸਦਾ, ਕੱਲ ਹੀ ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਸਵਾਮੀ ਪ੍ਰਸਾਦ ਮੌਰਿਆ ਤੇ ਹੋਰ ਜਿਹੜੇ ਮੰਤਰੀ ਗਏ, ਉਹਨਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਸੀ ਸਮਾਜਵਾਦੀ ਪਾਰਟੀ ਵੱਲੋਂ, ਉੱਥੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਆਲਰੇਡੀ 2500 ਲੋਕਾਂ ਤੇ FIR ਦਰਜ ਕਰਤੀ ਆ। ਦੇਖੋ, ਇਹਦੀਆਂ ਧੱਜੀਆਂ ਉੱਡ ਰਹੀਆਂ, ਔਰ ਇਸ ਦੀਆਂ ਧੱਜੀਆਂ ਅਸੀਂ ਲਗਾਤਾਰ ਉੱਡਦੀਆਂ ਦੇਖ ਰਹੇ ਹਾਂ। ਜਿਸ ਦਿਨ ਅਰਵਿੰਦ ਕੇਜਰੀਵਾਲ ਖਰੜ ਦੇ ਵਿੱਚ ਭਗਵੰਤ ਮਾਨ ਹੋਣਾ ਦੇ ਨਾਲ ਡੋਰ ਟੂ ਡੋਰ ਕੈਂਪੇਨ ਕਰ ਰਹੇ ਸੀ, ਉੱਥੇ ਵੀ 5 ਬੰਦਿਆਂ ਦਾ ਜਿਹੜੀ ਲਿਮਿਟ ਆ, ਜਿਹੜੀ ਇਹਨਾਂ ਨੇ ਰੱਖੀ ਆ ਇਲੈਕਸ਼ਨ ਕਮਿਸ਼ਨ ਨੇ, ਉਸ ਨੂੰ ਬਿਲਕੁਲ ਦਰਕਰਾਰ ਕੀਤਾ ਜਾ ਰਿਹਾ ਸੀ, ਉਸ ਉੱਤੇ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ। ਸੋ ਇਸ ਚੀਜ਼ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਂ ਇਲੈਕਸ਼ਨ ਕਮਿਸ਼ਨ ਕਿਸ ਤਰ੍ਹਾਂ ਇਸ ਨੂੰ ਸਾਧਦਾ, ਕਿਉਂਕਿ ਇਹ ਗੱਲ ਸਾਰੀਆਂ ਪਾਰਟੀਆਂ ਦੀ ਆ ਲਗਾਤਾਰ। ਔਰ ਬਾਕੀ ਜਿਹੜੀਆਂ ਅਰਜ਼ੀਆਂ ਲੱਗੀਆਂ, ਜਿਸ ਤਰ੍ਹਾਂ ਤੁਸੀਂ ਚਰਨਜੀਤ ਸਿੰਘ ਚੰਨੀ ਹੋਣਾ ਦੀ ਗੱਲ ਕੀਤੀ ਆ ਕਿ ਉਹਨਾਂ ਨੇ ਹੁਣ ਨਵੀਂ ਅਰਜ਼ੀ ਲਾਤੀ ਆ, ਉਹ ਕਹਿੰਦੇ ਵੀ 14 ਫਰਵਰੀ ਨਹੀਂ, 16 ਫਰਵਰੀ ਤੁਸੀਂ ਤਾਰੀਖ ਕਰੋ, ਕਿਉਂਕਿ ਬਹੁਤ ਸਾਰਾ ਭਾਈਚਾਰਾ ਜਿਹੜਾ ਹੈਗਾ ਉਹ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਤੇ ਬਨਾਰਸ ਜਾਏਗਾ, ਉੱਥੇ ਦਰਸ਼ਨ ਕਰਨ ਜਾਏਗਾ। ਤੇ ਹੋ ਸਕਦਾ ਕਿਉਂਕਿ ਉਹਨਾਂ ਨੂੰ ਪਹਿਲਾਂ ਟਰੈਵਲ ਕਰਨਾ ਪਏ, ਯਾਤਰਾਵਾਂ ਆਪਣੀਆਂ ਪਹਿਲਾਂ ਸ਼ੁਰੂ ਕਰਨੀਆਂ ਪੈਣ, ਇਸ ਕਰਕੇ ਉਹ 14 ਫਰਵਰੀ ਦੀ ਜਿਹੜੀ ਤਾਰੀਖ ਆ ਪੰਜਾਬ ਦੀਆਂ ਚੋਣਾਂ ਦੀ, ਉਸ ਵਿੱਚ ਹਿੱਸਾ ਨਹੀਂ ਲੈ ਸਕੇਗਾ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖੋ ਅੱਜ ਵਿਚਾਰੇਗਾ ਵੱਖਰੇ ਵੱਖਰੀਆਂ ਇਲੈਕਸ਼ਨ। ਤੇ ਜਿਵੇਂ ਆਮ ਆਦਮੀ ਪਾਰਟੀ ਦੇ ਵੀ ਕਈ ਖਦਸ਼ੇ ਨੇ, ਉਹ ਕਹਿੰਦੇ ਆ ਕਿ ਤੁਸੀਂ ਜਿਹੜੀ ਰਜਿਸਟ੍ਰੇਸ਼ਨ ਦੀ ਮਿਆਦ ਆ ਉਹ 30 ਦਿਨਾਂ ਤੋਂ ਘਟਾ ਕੇ 7 ਦਿਨ ਕਿਉਂ ਕਰ ਦਿੱਤੀ ਹੈ। ਤੇ ਨਾਲ ਹੀ ਉਹਨਾਂ ਦਾ ਇਹ ਵੀ ਇਲਜ਼ਾਮ ਆ ਕਿ ਇਹ ਇਸ ਕਰਕੇ ਕੀਤੀ ਹੈ ਕਿਉਂਕਿ ਸੰਯੁਕਤ ਸਮਾਜ ਮੋਰਚੇ ਨੂੰ ਕਿਸੇ ਤਰ੍ਹਾਂ ਦਾ ਲਾਭ ਪਹੁੰਚਾਉਣਾ ਸੀ। ਸੋ ਇਹ ਸਾਰੀਆਂ ਗੱਲਾਂ ਅੱਜ ਹੋਣਗੇ, ਦੇਖਦੇ ਆ ਕਿ ਇਹ ਬੈਠਕਾਂ ਕਿਸ ਪਾਸੇ ਵੱਲ ਜਾਂਦੀਆਂ ਤੇ ਕੀ ਇੱਥੋਂ ਨਿਕਲ ਕੇ ਆਉਂਦਾ। ਜੀ ਰੰਧਾਵਾ ਜੀ, ਇਹਦੇ ਚ ਨੋ ਡਾਊਟ ਕਿ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਸਫਾਈ ਵੀ ਦਿੱਤੀ ਹੈ ਕਿ ਇਹ ਪਹਿਲੀ ਵਾਰੀ ਨਹੀਂ ਹੋਇਆ। ਕੋਵਿਡ ਦੇ ਚੱਲਦਿਆਂ ਪਿਛਲੇ ਸਮਿਆਂ 'ਚ ਵੀ ਇਹ ਜਿਹੜੀ ਸਮਾਂ ਸੀਮਾ ਘਟਾਈ ਗਈ ਆ, 30 ਤੋਂ 7 ਦਿਨ ਕੀਤੀ ਗਈ ਆ, ਉਹਦਾ ਇਸ਼ਤਿਹਾਰ ਵੀ ਆਇਆ, ਉਹ ਵਾਇਰਲ ਵੀ ਇੱਧਰ ਉੱਧਰ ਹੈ।
ਲੇਕਿਨ ਜਿੱਥੋਂ ਤੱਕ ਸੰਯੁਕਤ ਕਿਸਾਨ ਮੋਰਚੇ ਦਾ ਸਵਾਲ ਆ, ਇਹ ਦੇਖਣਾ ਅਹਿਮ ਹੋਊਗਾ ਕਿ ਅੱਜ ਸੰਯੁਕਤ ਸਮਾਜ ਮੋਰਚੇ ਵੱਲੋਂ ਕੌਣ ਨੁਮਾਇੰਦਗੀ ਕਰਦਾ, ਉਹਨਾਂ ਨੂੰ ਅੰਦਰ ਵੜਨ ਵੀ ਦਿੰਦੇ ਆ ਕਿ ਨਹੀਂ, ਉਹਨਾਂ ਦੀ ਗੱਲ ਸੁਣਦੇ ਵੀ ਕਿ ਨਹੀਂ। ਜੇ ਐਸਾ ਕੁਝ ਹੁੰਦਾ ਹੈ ਕਿ ਉਹ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਸਮਾਜ ਮੋਰਚੇ ਨਾਲੋਂ ਦੂਰੀ ਬਣਾ ਲੈਂਦਾ ਜਾਂ ਉਹਦੇ ਵਿਰੋਧ 'ਚ ਕੋਈ ਬਿਆਨ ਦਰਜ ਕਰਦਾ, ਕਿਉਂਕਿ ਇੱਧਰੋਂ ਜਦੋਂ ਫੂਲ ਸਾਹਿਬ ਜਾਣਗੇ ਜਾਂ ਕੁਝ ਹੋਰ ਲੋਕ ਜਿਹੜੇ ਇਹਨਾਂ ਦੇ ਆਪਸੀ ਮਤਭੇਦ ਆ, ਜੇਕਰ ਉਹ ਉੱਥੇ ਵੱਡੇ ਹੁੰਦੇ ਆ ਜਾ ਕੇ, ਤਾਂ ਇਹ ਪੰਜਾਬ ਦੇ ਚੋਣ ਦ੍ਰਿਸ਼ ਨੂੰ ਕਿਵੇਂ ਅਸਰਅੰਦਾਜ਼ ਕਰਦਾ, ਇਹ ਵੇਖਣ ਵਾਲੀ ਚੀਜ਼ ਹੋਊਗੀ। ਜਿੱਥੋਂ ਤੱਕ ਸਵਾਲ ਹੈਗਾ ਪੰਜਾਬ ਦੀ ਚੁਣਾਵੀ ਰਾਜਨੀਤੀ ਵਿੱਚ ਬੀਜੇਪੀ ਦੀ ਅਪਰੋਚ ਦਾ, ਤਾਂ ਇੱਕ ਖਬਰ ਸ਼ੁਰੂ ਚ ਆਉਂਦੀ ਰਹੀ ਕਿ ਇੱਥੇ ਸਿੱਖ ਬੰਦੀਆਂ ਨੂੰ, ਜਿਨ੍ਹਾਂ ਨੇ ਆਪਣੀ ਲਗਭਗ ਜਿੰਨੀ ਸਜ਼ਾ ਪੂਰੀ ਕਰ ਲਈ ਹੈ, ਜਿਨ੍ਹਾਂ ਦੇ ਖਿਲਾਫ ਹੁਣ ਮਾਮਲੇ ਪੈਂਡਿੰਗ ਨਹੀਂ, ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ। ਹੁਣ ਢੀਂਡਸਾ ਸਾਹਿਬ ਨੇ ਇਹ ਮੰਗ ਜਾ ਕੇ ਵਫਦ ਨਾਲ ਅਮਿਤ ਸ਼ਾਹ ਕੋ ਰੱਖੀ ਹੈ। ਇਸੇ ਦੌਰਾਨ ਦੇ ਵਿੱਚ ਇੱਕ ਮਾਰਚ ਵੀ ਨਿਕਲਿਆ ਜਿਹਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਹੋਈ ਹੈ, ਕਿਉਂਕਿ ਮੌਕੇ ਹੁੰਦੇ ਆ ਜਦੋਂ ਲੋਕਾਂ ਦਾ ਦਬਾਅ ਜਿਹੜਾ ਉਹ ਝੱਲ ਲੈਂਦੇ ਆ ਪਾਰਟੀਆਂ ਵਾਲੇ ਔਰ ਸਰਕਾਰਾਂ ਵਾਲੇ। ਇਹਦੇ ਵਿੱਚ ਦਿਲਚਸਪ ਚੀਜ਼ ਜਿਹੜੀ ਆਈ ਆ ਉਹ ਦਵਿੰਦਰਪਾਲ ਭੁੱਲਰ, ਜਿਹਦਾ ਸ਼ਾਇਦ ਪਹਿਲਾਂ ਜ਼ਿਕਰ ਆਉਂਦਾ ਰਿਹਾ ਕਿ ਬਹੁਤ ਸਮਾਂ ਕਾਲ ਕੋਠੜੀ 'ਚ ਰਹਿਣ ਕਰਕੇ ਮਾਨਸਿਕ ਸੰਤੁਲਨ ਵੀ ਵਿਗੜਿਆ, ਉਹਦੀ ਰਿਹਾਈ ਲਈ 2020 'ਚ ਕੋਈ ਕਵਾਇਦ ਹੋਈ ਸੀ ਜਦੋਂ ਕੇਂਦਰ ਨੇ ਉਹ ਤੇ ਸਹੀ ਪਾਤੀ ਸੀ। ਕਹਿੰਦੇ ਆ ਕੇਜਰੀਵਾਲ ਸਰਕਾਰ ਦੇ ਕਾਫੀ ਲੋਕ ਉਸ ਮੀਟਿੰਗ 'ਚ ਜਾਂ ਉਸ ਕਮੇਟੀ 'ਚ ਸੀਗੇ। ਇੱਕ ਅਵਤਾਰ ਸਿੰਘ ਕਾਲਕਾ ਸ਼ਾਇਦ ਸਾਬਕਾ ਐਮਐਲਏ ਨੇ ਆਮ ਆਦਮੀ ਪਾਰਟੀ ਦੇ, ਔਰ ਇਸ ਤਰ੍ਹਾਂ ਦੀ ਉਹਨਾਂ ਨੇ ਕੋਈ ਆਰਗੇਨਾਈਜੇਸ਼ਨ ਵੀ ਸਿੱਖ ਬੰਦੀਆਂ ਲਈ ਬਣਾਈ ਸੀ। ਉਹਨਾਂ ਦੇ ਇਲਜ਼ਾਮ ਨੇ। ਹੁਣ ਦੇਖਣ ਵਾਲੀ ਗੱਲ ਆ ਕਿ ਪਿਛਲੀ ਵਾਰੀ ਵੀ 17 ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਕਵਾਇਦ ਹੋਈ ਸੀ, ਜਦੋਂ ਕੇਜਰੀਵਾਲ ਕੁਝ ਖਾੜਕੂ ਵਿਚਾਰਧਾਰਾ ਵਾਲੇ ਲੋਕਾਂ ਦੇ ਘਰੇ ਚਲੇ ਗਏ, ਉਸ ਤੋਂ ਬਾਅਦ ਰੌਲਾ ਪੈ ਗਿਆ। ਇਸ ਵਾਰੀ ਸ਼ਾਇਦ ਉਹ ਡਿਸਟੈਂਸ ਬਣਾ ਕੇ ਚੱਲਦੇ ਪਏ ਸੀ, ਐਤਕੀ ਫੇਰ ਰੌਲਾ ਪੈ ਗਿਆ। ਇਹ ਸਿਆਸਤ ਜਿਹੜੀ ਆ, ਔਰ ਖਾਸ ਤੌਰ ਤੇ ਇਹਨਾਂ ਦਿਨਾਂ ਦੀ ਸਿਆਸਤ ਬੜੇ ਵੱਡੇ ਅਰਥ ਰੱਖਦੀ ਆ। ਢੀਂਡਸਾ ਸਾਹਿਬ ਦਾ ਵਫਦ ਲੈ ਕੇ ਜਾਣ ਦਾ ਮਤਲਬ ਇਹ ਤਾਂ ਨਹੀਂ ਕਿ ਬੀਜੇਪੀ ਕੋਈ ਕੰਮ ਕਰਨ ਵਾਲੀ ਹੈ, ਲੇਕਿਨ ਉਸ ਤੋਂ ਪਹਿਲਾਂ ਹੀ ਅਸੀਂ ਜ਼ਰੂਰ ਉਹਦੇ 'ਚ ਸ਼ਾਮਲ ਹੋ ਜਾਈਏ ਕਿ ਅਸੀਂ ਵੀ ਉਹ ਮੰਗ ਕੀਤੀ ਸੀ। ਇਹ ਮੈਂ ਪਹਿਲਾਂ ਵੀ ਕਿਹਾ ਸੀ, ਜਦੋਂ ਅਸੀਂ ਕਿਹਾ ਸੀ ਕਿ ਕੁਝ ਐਲਾਨ ਕਰਨੇ ਸੀ ਪ੍ਰਧਾਨ ਮੰਤਰੀ ਨੇ, ਕੋਈ 4 ਸਿੱਖ ਵੱਡੇ ਸਿੱਖ ਬੰਦੀ ਜਿਹੜੇ ਸੀ ਅੱਜ ਕੱਲ੍ਹ ਉਹ ਆਗੂਆਂ ਵਰਗੇ ਆ, ਉਹਨਾਂ ਨੂੰ ਛੱਡਣ ਦਾ ਮਨ ਸੀਗਾ। ਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਹੈ ਕਿ ਕੇਜਰੀਵਾਲ ਸਾਹਿਬ ਦੀਆਂ ਉਹ ਵਾਇਰਲ ਪੰਜਾਬ ਦੇ ਵਿੱਚ ਬੜਾ ਕਹਿੰਦੇ ਦਵਿੰਦਰਪਾਲ ਭੁੱਲਰ ਦਾ ਨਾਮ ਵਧਾਈ ਜਾਓ ਜੀ, ਜਿਹੜੀ ਫੋਨ ਕਾਲ ਹੈ ਉਹਦੇ ਉੱਤੇ ਕਈ ਚੀਜ਼ਾਂ ਐਸੀਆਂ ਸੋਸ਼ਲ ਮੀਡੀਆ ਤੇ ਚੱਲਦੀਆਂ ਰਹੀਆਂ। ਹੁਣ ਅਵਤਾਰ ਸਿੰਘ ਕਾਲਕਾ ਵੱਲੋਂ ਇਹ ਕਹਿਣਾ ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ, ਇਹਦੇ ਕੀ ਅਰਥ ਆ? ਦੇਖੋ, ਦੋਨੇ ਗੱਲਾਂ ਜੇ ਤੁਸੀਂ ਦੇਖੋ, ਜਿਸ ਤਰ੍ਹਾਂ ਤੁਸੀਂ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕੀਤੀ ਆ, ਉਹ ਵੀ ਇੱਕ ਵਫਦ ਲੈ ਕੇ ਗਏ ਆ, ਔਰ ਜਿਸ ਤਰ੍ਹਾਂ ਉਹਨਾਂ ਦਾ ਅਮਿਤ ਸ਼ਾਹ ਨੂੰ ਮਿਲਣਾ ਔਰ ਕੱਲੇ ਉਹਨਾਂ ਦਾ ਜਿਹੜੇ ਸਿੱਖ ਬੰਦੀ ਆ ਉਹਨਾਂ ਨੂੰ ਛਡਾਉਣ ਦੀ ਗੱਲ ਨਹੀਂ ਹੈ, ਉਹਨਾਂ ਦਾ ਇੱਕ ਇਕਨੋਮਿਕ ਪੈਕੇਜ ਦੇਣ ਦੀ ਵੀ ਗੱਲ ਉਹਨਾਂ ਨੇ ਕਹੀ ਆ। ਜੋ ਵੀ ਉਹ ਪ੍ਰੋਗਰਾਮ ਲੈ ਕੇ ਗਏ ਆ, ਉਹ ਕਹਿੰਦੇ ਪੰਜਾਬ ਇਸ ਟਾਈਮ ਜਿਹੜੀ ਆਰਥਿਕ ਹਾਲਾਤ ਨੇ ਪੰਜਾਬ ਦੇ, ਜਿਸ ਤਰ੍ਹਾਂ ਉਸ ਤੇ ਕਰਜ਼ਾ ਚੜਿਆ ਜਾਂ ਬਾਕੀ ਜਿਹੜਾ ਰੈਵਨਿਊ ਡੈਫਿਸਿਟ ਆ ਉਹ ਘਟ ਰਿਹਾ, ਮਾਲੀ ਹਾਲਤ ਉਹ ਕਹਿੰਦੇ ਪੰਜਾਬ ਦੀ ਮਾੜੀ ਹੈ, ਇਸ ਕਰਕੇ ਇਸ ਨੂੰ ਇੱਕ ਪੈਕੇਜ ਦੀ ਲੋੜ ਆ। ਇਹ ਗੱਲ ਤੁਹਾਡੀ ਬਿਲਕੁਲ ਠੀਕ ਆ, ਚਾਹੇ ਸਿੱਖ ਬੰਦੀਆਂ ਦੀ ਗੱਲ ਹੋਵੇ। ਖਾਸ ਤੌਰ ਤੇ ਇਹ ਕਾਨੂੰਨ ਦੇ ਮਾਹਰ ਇਸ ਬਾਰੇ ਜ਼ਿਆਦਾ ਦੱਸ ਸਕਦੇ ਆ ਕਿ ਜਿਨ੍ਹਾਂ ਸਿੱਖ ਬੰਦਿਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ, ਜੋ ਵੀ ਕਾਨੂੰਨ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਸੀ, ਉਸ ਤੋਂ ਬਾਅਦ ਜੇ ਉਹਨਾਂ ਨੂੰ ਹਜੇ ਵੀ ਜੇਲ੍ਹਾਂ 'ਚ ਰੱਖਿਆ ਜਾ ਰਿਹਾ, ਇਹ ਤਾਂ ਆਪਣੇ ਆਪ ਤੇ ਬਹੁਤ ਸਵਾਲ ਖੜੇ ਕਰਦਾ ਔਰ ਦੇਸ਼ ਦੀ ਇਸ ਲੋਕਤੰਤਰ ਪ੍ਰਣਾਲੀ ਤੇ ਵੀ ਸਵਾਲ ਖੜੇ ਕਰਦਾ। ਇਹ ਤਾਂ ਗੱਲ ਆਪਣੇ ਆਪ ਰਹਿ ਗਈ ਔਰ ਅਮਿਤ ਸ਼ਾਹ ਹੋਣੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੇ ਫੈਸਲਾ ਜ਼ਰੂਰ ਲੈਣਗੇ। ਔਰ ਮੈਨੂੰ ਲੱਗਦਾ ਇਕੱਲੇ ਸਿੱਖ ਬੰਦੀਆਂ ਨੇ, ਜੇ ਕੋਈ ਵੀ ਇਸ ਤਰ੍ਹਾਂ ਦਾ ਬੰਦੀ ਹੈ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰਨੀਆਂ, ਉਹਨਾਂ ਨੂੰ ਤਾਂ ਵੈਸੇ ਵੀ ਛੱਡਿਆ ਜਾਣਾ ਚਾਹੀਦਾ, ਕਿਉਂਕਿ ਆਖਰਕਾਰ ਕਾਨੂੰਨ ਦਾ ਰਾਜ ਹੋਣਾ ਚਾਹੀਦਾ। ਦੂਸਰੀ ਗੱਲ, ਜਿੱਥੋਂ ਇਕਨੋਮਿਕ ਪੈਕੇਜ ਦੀ ਆ, ਹੋ ਸਕਦਾ ਸੁਖਦੇਵ ਸਿੰਘ ਢੀਂਡਸਾ ਹੋਣਾ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਵਿੱਚ ਔਰ ਬੀਜੇਪੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਉਹਨਾਂ ਦੇ ਦੁਆਰਾ ਇੱਕ ਪੈਕੇਜ ਦਾ ਐਲਾਨ ਕੀਤਾ ਜਾਵੇ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਅਸੀਂ ਪ੍ਰਧਾਨ ਮੰਤਰੀ ਕੋਲ ਲੈ ਕੇ ਜਾਵਾਂਗੇ। ਔਰ ਸਾਨੂੰ ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਆਉਂਦੇ ਆ ਤੇ ਉਸ ਰੈਲੀ ਦੇ ਵਿੱਚ ਨਹੀਂ ਜਾ ਪਾਉਂਦੇ, ਫਿਰੋਜ਼ਪੁਰ ਵਾਲੀ ਦੇ ਵਿੱਚ, ਜਿੱਥੇ ਇਹ ਸੰਭਵ ਸੀਗਾ ਜਾਂ ਸੰਭਾਵਨਾ ਇਹ ਜਤਾਈ ਜਾ ਰਹੀ ਸੀ ਕਿ ਉੱਥੇ ਕੋਈ ਉਹਨਾਂ ਨੇ ਵੱਡੇ ਐਲਾਨ ਕਰਨੇ ਸੀ, ਸ਼ਾਇਦ ਉਹ ਸੁਖਦੇਵ ਸਿੰਘ ਢੀਂਡਸਾ ਦੇ ਦੁਆਰਾ ਪੂਰੇ ਕੀਤੇ ਜਾ ਸਕਣ, ਤਾਂ ਕਿ ਇੱਕ ਸਿਆਸੀ ਲਾਹਾ ਵੀ ਮਿਲ ਸਕੇ ਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਜਿਹੜੇ ਹੁਣ ਇਸ ਤਰ੍ਹਾਂ ਦੇ ਸਿਆਸੀ ਨੇਤਾ ਨੇ ਜਿਹੜੇ ਭਾਜਪਾ ਨਾਲ ਜੁੜ ਗਏ ਆ, ਉਹਨਾਂ ਨੂੰ ਵੀ ਕੋਈ ਲਾਹਾ ਮਿਲ ਸਕੇ। ਖੈਰ, ਦੇਖਦੇ ਆ ਕਿ ਇੱਥੇ ਕਿਸ ਤਰ੍ਹਾਂ ਦਾ ਫੈਸਲਾ ਕੇਂਦਰ ਸਰਕਾਰ ਲੈਂਦੀ ਆ, ਤਾਂ ਕਿਸ ਤਰ੍ਹਾਂ ਦੇ ਐਲਾਨ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੀ ਹੈ। ਜਿੱਥੇ ਤੱਕ ਤੁਸੀਂ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਗੱਲ ਕੀਤੀ ਹੈ, ਉਹਨਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਜਿਹੜੀਆਂ ਕਵਾਇਦਾਂ ਨੇ ਜਾਂ ਕੋਸ਼ਿਸ਼ਾਂ ਉਹ ਸ਼ੁਰੂ ਆ, ਕਾਫੀ ਦੇਰ ਤੋਂ ਹੋ ਰਹੀਆਂ ਨੇ। ਤੇ ਇਹ ਵੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਉਹ ਜ਼ਿਹਨੀ ਤੌਰ ਤੇ ਜਾਂ ਮਾਨਸਿਕ ਤੌਰ ਤੇ ਬਹੁਤ ਤੰਦਰੁਸਤ ਨਹੀਂ ਹੈ। ਹੁਣ ਦੇਖਾਂਗੇ, ਲੇਕਿਨ ਇਹ ਜਿਹੜੀ ਗੱਲ ਨਵੀਂ ਆਈ ਆ
ਜਿਸ ਤਰ੍ਹਾਂ ਤੁਸੀਂ ਅਵਤਾਰ ਸਿੰਘ ਕਾਲਕਾ ਹੋਣਾ ਦੀ ਇੱਕ ਆਮ ਆਦਮੀ ਪਾਰਟੀ ਦੇ MLA ਉਸ ਕਮੇਟੀ ਦੇ ਵਿੱਚ ਹੋਣ ਦੀ ਗੱਲ ਕੀਤੀ ਹੈ, ਔਰ ਜਿਸ ਤਰ੍ਹਾਂ ਉਹਨਾਂ ਨੇ ਹਜੇ ਰਿਹਾਈ ਤੇ ਆਪਣੀ ਹਾਂ ਨਹੀਂ ਦਿੱਤੀ ਜਾਂ ਹਰੀ ਝੰਡੀ ਨਹੀਂ ਦਿੱਤੀ, ਇਸ ਨੂੰ ਲੈ ਕੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਸਿਆਸਤ ਜ਼ਰੂਰ ਭਖੇਗੀ। ਪਿਛਲੀ ਵਾਰੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਸਨ 2017 ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾ ਤੇ ਇਲਜ਼ਾਮ ਇਹ ਸੀ ਕਿ ਉਹ ਕੁਝ ਗਰਮ ਖਿਆਲੀ ਲੋਕਾਂ ਦੇ ਬਹੁਤ ਨੇੜੇ ਚਲੇ ਗਏ ਆ, ਜਿਸ ਕਰਕੇ ਉਹਨਾਂ ਤੋਂ ਕਈ ਭਾਈਚਾਰੇ ਦੂਰ ਵੀ ਹੋ ਗਏ ਸੀ, ਔਰ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਜਿਹੜੀ ਹੈ ਇੱਕ ਬੈਲੈਂਸ ਰਾਜਨੀਤੀ ਨਹੀਂ ਕਰ ਰਹੇ। ਦੇਖੋ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਰੰਧਾਵਾ ਜੀ, ਤੁਹਾਨੂੰ ਵੀ ਪਤਾ, ਜਿਹੜੇ ਅੰਦੋਲਨਾਂ ਚੋਂ ਨਿਕਲਦੇ ਆ, ਜਿਹੜੇ ਸਾਰੇ ਧਿਰਾਂ ਦੀ ਗੱਲ ਕਰਦੇ ਆ, ਸਾਰੇ ਮਾਸ਼ਰੇ ਤਬਕੇ ਭਾਈਚਾਰਿਆਂ ਦੀ ਗੱਲ ਕਰਦੇ ਆ, ਉਹਨਾਂ ਤੋਂ ਵਾਕਿਆ ਉਹਨਾਂ ਤੋਂ ਵੈਸੇ ਵੀ ਤਵੱਕੋ ਨਹੀਂ ਕੀਤੀ ਜਾਂਦੀ ਕਿ ਉਹ ਕਿਸੇ ਖਾਸ ਧਿਰ ਬਣ ਕੇ ਜਾਂ ਕਿਸੇ ਖਾਸ ਧਿਰ ਦੇ ਨਾਲ ਖੜੇ ਹੋ ਜਾਣ। ਜੇ ਆਮ ਤੌਰ ਤੇ ਇਨਸਾਨੀਅਤ ਦੇ ਤੌਰ ਤੇ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੋਵੇ ਤੇ ਇਹ ਲੋਕ ਫੇਰ ਸਟੇਟਸਮੈਨ ਜਿਹੜੀ ਸ਼ਿਪ ਆ, ਜਿਹੜੀ ਸਟੇਟਸਮੈਨਸ਼ਿਪ ਹੋਣੀ ਚਾਹੀਦੀ ਉਸ ਵੱਲ ਵੱਧ। ਲੇਕਿਨ ਮੈਨੂੰ ਲੱਗਦਾ ਅੱਜ ਦੇ ਮੌਕੇ ਤੇ ਇਸ ਗੱਲ ਤੋਂ ਸਾਰੇ ਜਿਹੜੇ ਸਿਆਸੀ ਨੇਤਾ ਨੇ ਉਹ ਲਗਭਗ ਦਰਕਿਨਾਰ ਨੇ, ਉਹ ਕਿਤੇ ਨੇੜੇ ਤੇੜੇ ਟੁਕਦੇ ਨਹੀਂ ਆ, ਕਿਉਂਕਿ ਜਿਹੜੇ ਹਿੱਤ ਨੇ ਜਾਂ ਸਿਆਸੀ ਹਿੱਤ ਬਹੁਤ ਸੌੜੇ ਨੇ, ਬਹੁਤ ਛੋਟੇ ਨੇ। ਜੀ ਰੰਧਾਵਾ ਜੀ, ਅਸੀਂ ਜਿਹੜੀ ਖਬਰ ਦਾ ਜ਼ਿਕਰ ਕੀਤਾ, ਜੋ ਤੁਸੀਂ ਕਹਿ ਰਹੇ ਹੋ, ਇਹ ਖਬਰ ਇੱਕ ਵੱਡੀ ਅਖਬਾਰ ਦੇ ਵਿੱਚ ਛਾਇਆ ਹੋਈ ਹੈ, ਜਿਹਨੂੰ ਅਸੀਂ ਆਧਾਰ ਬਣਾਇਆ ਅਵਤਾਰ ਸਿੰਘ ਕਾਲਕਾ ਵਾਲੀ। ਦੂਜੀ ਗੱਲ, ਸੋਸ਼ਲ ਮੀਡੀਆ ਦੇ ਉੱਤੇ ਚੱਲਦੀਆਂ ਜਿੰਨੀਆਂ ਵੀ ਵਾਇਰਲ ਫੋਟੋਗ੍ਰਾਫਸ ਨੇ, ਰਾਦਰ ਜਿਵੇਂ ਕਹੂੰ ਟੈਕਸਟ ਨੇ, ਉਹਨਾਂ ਸਾਰਿਆਂ ਨੂੰ ਅਸੀਂ ਧਿਆਨ 'ਚ ਰੱਖ ਕੇ ਗੱਲ ਕਰ ਰਹੇ ਹਾਂ। ਲੇਕਿਨ ਜੇ ਮੈਂ ਛੋਟੀ ਜਿਹੀ ਗੱਲ ਇੱਥੇ ਇਹ ਨਾ ਕਰਾਂ ਤੇ ਚੰਗਾ ਨਹੀਂ ਰਹੂਗਾ ਕਿ ਅਰਵਿੰਦ ਕੇਜਰੀਵਾਲ ਜਦੋਂ ਸੱਤਾ 'ਚ ਆਉਂਦੇ ਆ ਤੇ ਉਹ ਲੋਕਪਾਲ ਦੀ ਮੰਗ ਨੂੰ ਲੈ ਕੇ ਆਉਂਦੇ ਆ। ਉਹ ਸਾਰਾ ਕਰਪਸ਼ਨ ਦੇ ਉੱਤੇ ਬੇਸਡ ਸੀ ਮੋਰਚਾ। ਤੁਹਾਨੂੰ ਯਾਦ ਹੋਣਾ ਅੰਨਾ ਹਜ਼ਾਰੇ ਵਾਲਾ, ਭਾਵੇਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਲਈ ਮੁਸ਼ਕਲਾਂ ਮੁਸੀਬਤਾਂ ਖੜੀਆਂ ਕਰਤੀਆਂ ਸੀ ਕੇਜਰੀਵਾਲ ਨੇ, ਅੰਨਾ ਹਜ਼ਾਰੇ ਨੇ, ਉਹਨਾਂ ਦੀ ਟੀਮ ਨੇ, ਪਰ ਹੌਲੀ ਹੌਲੀ ਕੇਜਰੀਵਾਲ ਆਪਣੇ ਉਸ ਏਜੰਡੇ ਨੂੰ ਛੱਡਦੇ ਗਏ। ਸਵਰਾਜ ਦੀ ਗੱਲ ਕਰਦੇ ਕਰਦੇ ਹੌਲੀ ਹੌਲੀ ਉਹ ਵਰਗਾਂ ਵਿਸ਼ੇਸ਼ ਜਾਂ ਬਾਕੀ ਉਹ ਸਾਰੀਆਂ ਚੀਜ਼ਾਂ ਤੇ ਆ ਗਏ, ਲੇਕਿਨ ਬੁਨਿਆਦੀ ਚੀਜ਼ ਤੋਂ ਪਾਸੇ ਹਟੇ। ਮੈਨੂੰ ਲੱਗਦਾ ਕਿ ਪੰਜਾਬ 'ਚ 2014 ਦੇ ਵਿੱਚ ਜਿੱਡਾ ਵੱਡਾ ਹੁਲਾਰਾ ਮਿਲਿਆ ਸੀ, ਉਹ ਵੀ ਸਿਰਫ ਤੇ ਸਿਰਫ ਕਰਪਸ਼ਨ ਦੇ ਖਿਲਾਫ ਚੰਗਾ ਪ੍ਰਸ਼ਾਸਨ ਦੇਣ ਦੇ ਹੱਕ ਦੇ ਵਿੱਚ ਵੋਟ ਲੋਕਾਂ ਨੇ ਪਾਈ ਸੀਗੀ। ਹੁਣ ਵੀ ਜੇ ਕੇਜਰੀਵਾਲ ਬਾਕੀ ਚੀਜ਼ਾਂ ਨੂੰ ਸੈਕੰਡਰੀ ਕਰ ਦਿੰਦੇ, ਕਿਉਂਕਿ ਸਰਕਾਰ 'ਚ ਆਉਣ ਤੋਂ ਬਾਅਦ ਤੁਸੀਂ ਕਈ ਲੋਕ ਲੁਭਾਉਣੇ ਫੈਸਲੇ ਕਰਨੇ ਹੁੰਦੇ, ਉਹਨਾਂ ਦਿੱਲੀ 'ਚ ਵੀ ਕੀਤੇ, ਪਰ ਜੇ ਬੁਨਿਆਦ ਇਸੇ ਗੱਲ ਤੇ ਰੱਖਦੇ ਕਿ ਅਰਥਚਾਰੇ ਨੂੰ ਖੜਾ ਕਰਨ ਲਈ ਕਰਪਸ਼ਨ ਮਾਰਨੀ, ਲੀਕੇਜ ਖਤਮ ਕਰਨੀ, ਸਰਕਾਰੀ ਤੰਤਰ ਦੇ ਵਿੱਚ ਆਮ ਬੰਦੇ ਨੂੰ ਘਸਿਆਰਾ ਜਿਹਾ ਬਣਾਉਣ ਦਾ ਕਨਸੈਪਟ ਜਿਹੜਾ ਵੱਡਾ ਹੁੰਦਾ ਗਿਆ, ਉਹਨੂੰ ਪਾਸੇ ਰੱਖ ਕੇ ਅਫਸਰਸ਼ਾਹੀ ਨੂੰ ਲਗਾਮ ਲਾਉਣੀ, ਇਹ ਸਾਰੀਆਂ ਗੱਲਾਂ ਤੇ ਜੇ ਕੇਜਰੀਵਾਲ ਲੜਾਈ ਲੜਦੇ ਤੇ ਪੰਜਾਬ ਬਦਲਾ ਇਹੀ ਚਾਹੁੰਦਾ ਰਿਹਾ। ਇੱਥੇ ਬਾਹੂਬਲੀਆਂ ਦੀ, ਜਿਹੜੇ ਭਾਵੇਂ ਯੂਪੀ ਬਿਹਾਰ ਵਰਗੇ ਤਾਂ ਨਹੀਂ ਰਹੇ, ਲੇਕਿਨ ਬਾਹੂਬਲੀ ਇੱਥੇ MLA ਵਜ਼ੀਰ ਬਣ ਗਏ। ਉਹਨਾਂ ਕੋਲ ਪਾਵਰ ਸੰਵਿਧਾਨਕ ਹੀ ਇੰਨੀ ਆ ਕਿ ਉਹਨਾਂ ਨੂੰ ਕੋਈ ਹੋਰ ਕੁਝ ਕਰਨ ਦੀ ਲੋੜ ਨਹੀਂ। ਸੋ ਪੰਜਾਬ ਨੂੰ ਉਸ ਬਦਲਾਅ ਦੀ ਤਵੱਕੋ ਸੀ ਜਿਹੜੀ ਕੇਜਰੀਵਾਲ ਤੋਂ ਰੱਖੀ ਜਾਂਦੀ ਸੀ। ਉਹ ਵੀ ਦੂਜੀਆਂ ਰਵਾਇਤੀ ਪਾਰਟੀਆਂ ਵਾਂਗ ਅੱਗੇ ਵਧੇ ਨੇ। ਐਤਕੀ ਉਹਨਾਂ ਨੇ ਉਹ ਨਵਾਂ ਨੰਬਰ ਜਦ ਦਿੱਤਾ, ਹੁਣ ਵੇਖੋ ਉਹਦੇ ਚੋਂ ਕੀ ਰਿਜ਼ਲਟ ਨਿਕਲਦੇ ਆ। ਮੈਨੂੰ ਇਹ ਜ਼ਰੂਰ ਦੱਸਿਓ ਮਨਪ੍ਰੀਤ ਜੀ ਕਿ ਜਿਹੜਾ ਸਕਰੀਨਿੰਗ ਕਮੇਟੀ, ਟਿਕਟਾਂ ਦੀ ਵੰਡ ਕੱਟ, ਸਾਰਾ ਕੁਝ ਰੌਲਾ ਪੈਂਦਾ ਹੈ, ਅਖੇ ਤਿੱਕੜੀ ਜਿਹੜੀ ਚੰਨੀ ਜਾਖੜ ਔਰ ਸਿੱਧੂ ਦੀ, ਇਹਨਾਂ 'ਚ ਵੀ ਤਲਖੀ ਆ, ਹਰ ਕੋਈ ਆਪਣੇ ਬੰਦਿਆਂ ਨੂੰ ਟਿਕਟ ਦਬਾਉਣਾ ਚਾਹ ਰਿਹਾ। ਇਹ ਸਾਰੇ ਰੌਲੇ ਰੱਪਿਆਂ ਦੇ ਉੱਤੇ ਇੱਕ ਨਜ਼ਰਸਾਨੀ, ਇੱਕ ਝਾਤ ਪਵਾਇਓ। ਦੇਖੋ ਰੰਧਾਵਾ ਜੀ, ਇੱਕ ਗੱਲ ਤਾਂ ਸਪਸ਼ਟ ਆ ਕਿ ਜਿਹੜੀ ਕਾਂਗਰਸ ਇਸ ਟਾਈਮ ਕੋਸ਼ਿਸ਼ ਇਹ ਕਰ ਰਹੀ ਆ ਕਿ ਸਾਡੀ ਇਕਜੁੱਟਤਾ ਦਿਖੇ ਜਾਂ ਸਾਡੇ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਤਰੇੜਾਂ ਨਾ ਦਿਖਣ ਜਾਂ ਦਰਾਰ ਨਾ ਦਿਖੇ, ਉਹ ਕਿਤੇ ਵੀ ਇਕੱਠੀ ਹੋਈ ਨਜ਼ਰ ਨਹੀਂ ਆ ਰਹੀ। ਖਾਸ ਤੌਰ ਤੇ ਜਿਹੜੀ ਪਹਿਲੀ ਸੂਚੀ ਆਉਣੀ ਸੀ, ਔਰ ਇਹ ਕਿਹਾ ਜਾ ਰਿਹਾ ਸੀ ਕਿ ਲਗਭਗ 70 ਸੀਟਾਂ ਤੇ ਆਪਸ ਦੇ ਵਿੱਚ ਸਹਿਮਤੀ ਬਣ ਗਈ ਹੈ, ਕੰਸੈਂਸਸ ਹੋ ਗਿਆ, ਇਸ ਕਰਕੇ ਸੂਚੀ ਜਲਦੀ ਜਾਰੀ ਹੋ ਸਕਦੀ ਹੈ। ਹੁਣ ਇਹ ਪਤਾ ਲੱਗਾ ਕਿ ਉਹੀ ਸੂਚੀ ਦੁਬਾਰਾ ਸੋਨੀਆ ਗਾਂਧੀ ਕੋਲੇ ਜਾਏਗੀ ਉਹਨਾਂ ਦੀ ਫਾਈਨਲ ਕਲੀਅਰੈਂਸ ਲਈ। ਦਰਅਸਲ ਸੋਨੀਆ ਗਾਂਧੀ ਨੂੰ ਤਾਂ ਨਹੀਂ ਪਤਾ ਕਿ ਕਿਹੜੀ ਸੀਟ ਤੋਂ ਕਿਹਨੇ ਲੜਨਾ। ਗੱਲ ਤਾਂ ਇਹੀ ਹੈ ਕਿ ਇਹਨਾਂ ਦੇ ਆਪਸ ਦੇ ਵਿੱਚ ਮਤਭੇਦ ਜਿਹੜੇ ਆ ਉਹ ਲਗਾਤਾਰ ਉੱਭਰ ਰਹੇ ਨੇ, ਉਹ ਸਾਨੂੰ ਰੋਜ਼ ਨਜ਼ਰ ਆ ਰਹੇ ਨੇ। ਕਿਤੇ ਨਵਜੋਤ ਸਿੰਘ ਸਿੱਧੂ ਚਾਹੁੰਦੇ ਨੇ ਕਿ ਮੇਰਾ ਕੋਈ ਵਿਅਕਤੀ ਜਿਹੜਾ ਹੈ ਉਹਨੂੰ ਟਿਕਟ ਮਿਲ ਜੇ, ਕਿਤੇ ਚਰਨਜੀਤ ਸਿੰਘ ਚੰਨੀ ਚਾਹੁੰਦੇ ਆ ਕਿ ਉਹਨਾਂ ਨੂੰ ਉਹਨਾਂ ਦੇ ਖਾਸ ਕਿਸੇ ਵਿਅਕਤੀ ਨੂੰ ਟਿਕਟ ਮਿਲ ਜੇ, ਤੇ ਜਾਂ ਕਿਤੇ ਸੁਨੀਲ ਜਾਖੜ ਚਾਹੁੰਦੇ ਆ। ਹੋਰ ਵੀ ਬਹੁਤ ਸਾਰੇ ਨੇਤਾ ਜਿਨ੍ਹਾਂ ਦਾ ਬਹੁਤ ਪੁਰਾਣਾ ਪਿਛੋਕੜ ਆ ਔਰ ਕਾਂਗਰਸ ਦੇ ਨਾਲ ਬੜੇ ਸਮੇਂ ਤੋਂ ਜੁੜੇ ਰਹੇ ਆ, ਇਸ ਚੀਜ਼ ਨੇ ਆਪਸ ਦੇ ਵਿੱਚ ਮਤਭੇਦ ਜ਼ਰੂਰ ਪੈਦਾ ਕੀਤੇ ਆ। ਹੁਣ ਤੁਸੀਂ ਇੱਕ ਚੀਜ਼ ਦੇਖੋ, ਜਿਸ ਤਰ੍ਹਾਂ ਇਹਨਾਂ ਦੇ ਇੱਕ ਪੁਰਾਣੇ ਲੀਡਰ ਨੇ ਜੋਗਿੰਦਰ ਸਿੰਘ ਮਾਨ, ਫਗਵਾੜੇ ਤੋਂ ਆਉਂਦੇ ਆ, ਉਹ 3 ਵਾਰੀ MLA ਰਹੇ ਆ, ਮੰਤਰੀ ਵੀ ਉਹ ਰਹੇ ਆ ਬਹੁਤ ਸਾਰੀਆਂ ਸਰਕਾਰਾਂ ਦੇ ਵਿੱਚ। ਲਗਭਗ 50 ਸਾਲ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਰਹਿਣ ਤੋਂ ਬਾਅਦ ਉਹ ਕਹਿੰਦੇ ਆ ਕਿ ਜੀ ਮੇਰਾ ਇੱਥੇ ਜੀ ਨਹੀਂ ਲੱਗਦਾ। ਇਸੇ ਤਰ੍ਹਾਂ ਦੀ ਲੜਾਈ ਸਾਨੂੰ ਮਾਨਸਾ ਦੇ ਵਿੱਚ ਵੀ ਨਜ਼ਰ ਆ ਰਹੀ ਹੈ।
ਇਸੇ ਤਰ੍ਹਾਂ ਦੀ ਲੜਾਈ ਸਾਨੂੰ ਹੋਰ ਵੀ ਕਈ, ਖਡੂਰ ਸਾਹਿਬ ਦੀ ਕਹਿੰਦੇ ਆ ਉਸ ਸੀਟ ਦਾ ਵੀ ਰੌਲਾ ਪਿਆ ਹੋਇਆ, ਗੜਸ਼ੰਕਰ ਜਿਹੜੀ ਸੀਟ ਆ ਉਸ ਦਾ ਵੀ ਇਸ ਤਰ੍ਹਾਂ ਦੀਆਂ 5-6 ਸੀਟਾਂ ਜਿਹੜੀਆਂ ਹੈ ਉਹਨਾਂ ਤੇ ਜ਼ਰੂਰ ਆਪਸ ਦੇ ਵਿੱਚ ਖਿੱਚੋਤਾਣ ਚੱਲ ਰਹੀ ਆ। ਗੱਲ ਦਰਅਸਲ ਇਹ ਆ ਕਿ ਜੇ ਤੁਸੀਂ ਰੰਧਾਵਾ ਜੀ ਇਸ ਟਾਈਮ ਦੀ ਰਾਜਨੀਤੀ ਦੇਖੋ, ਔਰ ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰੂੰਗਾ ਕਿ ਆਪਸੀ ਜਿਹੜੇ ਇਹਨਾਂ ਲੋਕਾਂ ਦੇ ਲਾਲਚ ਨੇ ਜਾਂ ਇਹਨਾਂ ਲੋਕਾਂ ਦੇ ਕਿਤੇ ਨਾ ਕਿਤੇ ਹਿੱਤ ਨੇ, ਉਹ ਬਹੁਤ ਜ਼ਿਆਦਾ ਵੱਧ ਗਏ ਨੇ। ਉਹ ਜਿਹੜੀ ਸਰਵਿਸ ਵਾਲੀ ਹੁੰਦੀ ਸੀ, ਜਾ ਕੇ ਲੋਕਾਂ ਦੀ ਸੇਵਾ ਕਰਨੀ, ਹੁਣ ਤੁਸੀਂ ਦੇਖੋ ਜੇ ਕਿਸੇ ਦੀ ਟਿਕਟ ਕੱਟ ਦਿੱਤੀ ਜਾਂਦੀ ਆ ਜਾਂ ਉਹਨੂੰ ਇਹ ਸੰਭਾਵਨਾ ਹੁੰਦੀ ਹੈ ਕਿ ਮੈਨੂੰ ਟਿਕਟ ਨਹੀਂ ਮਿਲਣੀ, ਉਹ ਕਿਸ ਤਰ੍ਹਾਂ ਧਮਕੀਆਂ ਤੇ ਉਤਰ ਆਉਂਦਾ। ਕੋਈ ਚਿੱਠੀਆਂ ਲਿਖਣ ਲੱਗ ਜਾਂਦਾ, ਕੋਈ ਕਹਿੰਦਾ ਮੈਂ ਦੂਸਰੀ ਪਾਰਟੀ ਚਲਾ ਜਾਨੂੰ, ਜਾਂ ਕੋਈ ਆਪਣੇ ਬਹੁਤ ਸਾਰੇ ਲੋਕਾਂ ਨੂੰ ਲੈ ਕੇ, ਹਮਾਇਤ ਨੂੰ ਲੈ ਕੇ ਕੋਈ ਸੀਐਮ ਦੀ ਕੋਠੀ ਸਾਹਮਣੇ ਚਲਾ ਜਾਂਦਾ, ਕੋਈ ਪ੍ਰਧਾਨ ਦੀ ਕੋਠੀ ਅੱਗੇ ਧਰਨਾ ਲਾ ਦਿੰਦਾ। ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਸਾਡੀ ਮਾਨਸਿਕਤਾ ਨੂੰ ਇਸ ਤਰ੍ਹਾਂ ਵੀ ਜ਼ਾਹਿਰ ਕਰਦੀ ਆ ਕਿ ਉਹ ਜਿਹੜਾ ਸੇਵਾ ਭਾਵਨਾ ਦੀ ਗੱਲ ਸੀ ਉਹ ਨਹੀਂ ਆ, ਬਾਂਹ ਮਰੋੜ ਕੇ ਬਲੈਕਮੇਲਿੰਗ ਕਰਕੇ ਆਪਣਾ ਰੁਤਬਾ ਦਿਖਾ ਕੇ ਜਾਂ ਆਪਣੀ ਤਾਕਤ ਦਿਖਾ ਕੇ ਇਸ ਤਰ੍ਹਾਂ ਟਿਕਟ ਲੈ ਕੇ ਲਈ ਜਾਂਦੀ ਆ। ਗੱਲ ਜਿਹੜੀ ਤੁਸੀਂ ਗੱਲ ਕਹੀ ਸੀ ਨਾ ਬਾਹੂਬਲੀ ਨੇਤਾ ਦੀ ਜਾਂ ਇਸ ਤਰ੍ਹਾਂ ਦੀ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ 'ਚ ਭਾਰੂ ਹੋ ਰਹੀ ਆ। ਔਰ ਖਾਸ ਤੌਰ ਤੇ ਉਹਨਾਂ ਨੂੰ ਲੱਗਦਾ ਕਿ ਜਦੋਂ ਸਾਡੇ ਪ੍ਰਧਾਨ, ਜਦੋਂ ਸਾਡੇ ਵੱਡੇ ਲੀਡਰ ਅੱਖਾਂ ਦਿਖਾ ਸਕਦੇ ਤਾਂ ਅਸੀਂ ਵੀ ਦਿਖਾ ਦਿੰਨੇ ਆ। ਉਹ ਜਿਹੜੀ ਅਨੁਸ਼ਾਸਨਹੀਨਤਾ, ਜਿਹੜੀ ਇਨਡਿਸਪਲਿਨ ਆ, ਉਹ ਫਿਰ ਉੱਪਰੋਂ ਲੈ ਕੇ ਥੱਲੇ ਤੱਕ ਸਾਰੇ ਕਿਤੇ ਜਾਂਦਾ। ਜੀ ਰੰਧਾਵਾ ਜੀ। ਭਗਵੰਤ ਮਾਨ ਤਾਂ ਸਿੱਧੂ ਬਾਰੇ ਕਹਿੰਦੇ ਵੀ ਇਹ ਛੇਤੀ ਧਮਾਕਾ ਕਰ ਦੇਣਗੇ ਕੋਈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪਾਰਟੀ ਛੱਡ ਦੇਣਗੇ, ਕਹਿੰਦੇ ਇਹ ਤੇ ਨਹੀਂ ਮੈਨੂੰ ਪਤਾ, ਪਰ 3-4 ਦਿਨ ਤੁਸੀਂ ਦੇਖੋ ਸਹੀ, ਇਹ ਟਿਕਣੇ ਨਹੀਂ, ਜਲੂਸ ਕੱਢਣਗੇ ਇੱਕ ਚੰਗੀ ਤਰ੍ਹਾਂ। ਤੇ ਇਹਦੀ ਵੀ ਟਿੱਪਣੀ ਮੈਂ ਤੁਹਾਡੇ ਕੋਲ ਲੈਣੀ ਹੈ ਕਿ ਸੱਚਮੁੱਚ ਜਦੋਂ ਮੰਨ ਲਓ ਗੱਲ ਨਾ ਮੰਨੀ ਜਾਵੇ ਤਾਂ ਫਿਰ ਵਿਰੋਧ ਦੀ ਰਾਜਨੀਤੀ ਵੀ ਜ਼ੋਰ ਫੜਦੀ ਹੈ। ਤੇ ਮੈਂ ਜਾਂਦੇ ਜਾਂਦੇ ਇਹ ਵੀ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹੈ ਕਿ ਮੰਨ ਲਓ ਜੇ 8 ਲੱਖ ਲੋਕਾਂ ਨੇ ਜਿਹੜਾ ਦਿੱਤਾ ਗਿਆ ਨੰਬਰ ਹੈ ਆਮ ਆਦਮੀ ਪਾਰਟੀ ਦਾ, ਜੇ ਉੱਤੇ ਨੌਕ ਕਰਤਾ, ਇਹ ਤਾਂ ਮਤਲਬ ਹੈ ਕਿ ਕੇਜਰੀਵਾਲ ਸਾਹਿਬ ਕੋਲ ਪ੍ਰਚਾਰ ਲਈ ਸਿੱਧਾ 8 ਲੱਖ ਬੰਦਾ ਆ ਗਿਆ। ਡਾਟਾ ਉਹਨਾਂ ਕੋਲ ਬੜਾ ਆਸਾਨੀ ਨਾਲ ਪਹੁੰਚ ਰਿਹਾ। ਤੇ ਅੱਜ ਦੇ ਇਸ ਡਿਜੀਟਲ ਯੁੱਗ ਦੇ ਵਿੱਚ ਅਕਾਲੀ ਦਲ ਨੂੰ ਇੱਕ ਤਾਂ ਨੰਬਰ ਦੇ ਕੇ ਪੁੱਛ ਲੈਣਾ ਚਾਹੀਦਾ ਕਿ ਵੱਡੇ ਬਾਦਲ ਸਾਹਿਬ ਕਿ ਛੋਟੇ ਬਾਦਲ ਸਾਹਿਬ, ਤੇ ਕਾਂਗਰਸ ਨੂੰ ਵੀ ਪੁੱਛ ਲੈਣਾ ਚਾਹੀਦਾ ਕਿ ਜਾਖੜ, ਚੰਨੀ, ਰੰਧਾਵਾ, ਸਿੱਧੂ ਜਾਂ ਕੋਈ ਹੋਰ ਨਾਮ ਹੀ ਪਾ ਲੈਣੇ ਚਾਹੀਦੇ ਆ। ਮੁਸ਼ਕਿਲ ਕੀ ਆ, ਸੰਯੁਕਤ ਸਮਾਜ ਮੋਰਚੇ ਵਾਲੇ ਵੀ ਪੁੱਛ ਲੈਣੇ ਆ ਵੀ ਸਾਡੇ ਨਾਲ ਪਿਆਰ ਤੁਹਾਡਾ ਹੈਗਾ ਕਿ ਨਹੀਂ, ਲਿਆਓ। ਵੇਖੋ ਫਿਰ ਕਿਹਦਾ ਕਿੰਨਾ ਦਾਵਾ ਹੁੰਦਾ ਕਿ ਸਾਡੇ ਕੋਲ ਕਿੰਨੇ ਲੱਖ ਲੋਕ ਆ ਗਏ। ਕੀ ਕਹਿੰਦੇ ਹੋ? ਦੇਖੋ ਰੰਧਾਵਾ ਜੀ, ਸਾਡੇ ਕੋਲੇ ਨਾ ਤਾਂ ਇਹ ਕਦੇ ਅੰਕੜਾ ਆਮ ਆਦਮੀ ਪਾਰਟੀ ਨੇ ਜਾਰੀ ਕਰਨਾ ਤੇ ਨਾ ਹੀ ਸਾਡੇ ਕੋਲੇ ਕਦੇ ਉਪਲਬਧ ਹੋਣਾ। ਉਹ ਚਾਹੇ 5 ਲੱਖ ਕਲੇਮ ਕਰ ਲੈਣ, 8 ਲੱਖ ਕਲੇਮ ਕਰ ਲੈਣ, ਜੋ ਉਹਨਾਂ ਦੇ ਦਾਅਵੇ ਆ, ਚਾਹੇ 10 ਲੱਖ ਵੀ ਕਹਿ ਲੈਣ। ਕਿਉਂਕਿ ਇੱਕ ਚੀਜ਼ ਮੈਨੂੰ ਲੱਗਦਾ ਕਿ ਜਦੋਂ ਇਹ ਅਰਵਿੰਦ ਕੇਜਰੀਵਾਲ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਤੁਹਾਨੂੰ ਟੈਲੀਫੋਨ ਕਰਕੇ ਦੱਸੋ, ਮੈਨੂੰ ਉਸ ਵੇਲੇ ਵੀ ਲੱਗਦਾ ਸੀ ਕਿ ਇਹ ਸਿਰਫ ਇੱਕ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਆ, ਟਾਈਮ ਬਾਇੰਗ ਟੈਕਟਿਕ ਆ। ਸਮੇਂ ਨੂੰ ਉਹ ਹੋਰ ਲੈਣਾ ਚਾਹੁੰਦੇ ਆ ਤਾਂ ਕਿ ਇਮੀਡੀਏਟਲੀ, ਤੁਰੰਤ ਲੋਕਾਂ ਦੇ ਜਵਾਬ ਨਾ ਦੇਣੇ ਪੈਣ। ਬਹੁਤ ਦੇਰ ਤੋਂ ਲੋਕ, ਪੱਤਰਕਾਰ ਉਹਨਾਂ ਨੂੰ ਘੇਰ ਰਹੇ ਸੀ ਕਿ ਤੁਸੀਂ ਆਪਣਾ ਸੀਐਮ ਦਾ ਚਿਹਰਾ ਸਾਨੂੰ ਕਿਉਂ ਨਹੀਂ ਦੱਸਦੇ। ਔਰ ਵਾਕਿਆ ਇਹ ਬੜੀ ਹੈਰਾਨੀ ਦੀ ਗੱਲ ਆ ਕਿ ਜਿਸ ਸੂਬੇ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਸਮਰਥਨ ਮਿਲਿਆ, ਸਭ ਤੋਂ ਪਹਿਲਾਂ ਇੱਥੋਂ ਦੇ ਐਮਪੀ ਜਿਹੜੇ ਆ ਉਹ ਲੋਕ ਸਭਾ 'ਚ ਪਹੁੰਚਦੇ ਨੇ ਔਰ ਸਭ ਤੋਂ ਵੱਧ ਪਹੁੰਚਦੇ ਨੇ, ਔਰ ਉਸ ਤੋਂ ਬਾਅਦ ਆਪੋਜੀਸ਼ਨ ਪਾਰਟੀ ਦੇ ਰੂਪ ਦੇ ਵਿੱਚ ਵੀ ਇੱਥੇ ਉੱਭਰਦੀ ਹੈ ਪਾਰਟੀ, ਉੱਥੇ ਅੱਜ ਤੱਕ ਇਹਨਾਂ ਨੂੰ ਸੀਐਮ ਦਾ ਚਿਹਰਾ ਐਲਾਨਣ ਦੇ ਵਿੱਚ ਜੋ ਮੁਸ਼ਕਲਾਂ ਪੇਸ਼ ਆ ਰਹੀਆਂ ਨੇ, ਉਹ ਅਸੀਂ ਉਹਨਾਂ ਦੀ ਜਿਹੜੀ ਇਹ ਦੁਵਿਧਾ ਜਾਂ ਉਹਨਾਂ ਦੀ ਦੁਚਿੱਤੀ ਆ ਉਹ ਸਮਝ ਤਾਂ ਸਕਦੇ ਆ। ਲੇਕਿਨ ਕਿਤੇ ਨਾ ਕਿਤੇ ਲੋਕਾਂ ਨੂੰ ਫਿਰ ਇਸ ਤੇ ਉਹਨਾਂ ਦੇ ਖਦਸ਼ੇ ਵੀ ਆਉਂਦੇ ਆ ਕਿ ਕਿਤੇ ਆਪ ਤਾਂ ਨਹੀਂ ਬਣਨਾ ਚਾਹੁੰਦੇ, ਕਿਤੇ ਆਪਣਾ ਨਾਂ ਲੈ ਕੇ ਕਿ ਲੋਕਾਂ ਨੇ ਤਾਂ ਮੈਨੂੰ ਬਣਾਤਾ, ਲੋਕਾਂ ਨੇ ਤਾਂ ਮੇਰੇ, ਪਰ ਮੈਨੂੰ ਮਾਫ ਕਰੋ ਮੈਂ ਬਣ ਨਹੀਂ ਸਕਦਾ, ਅਸੀਂ ਫਿਰ ਫਲਾਣੇ ਨੂੰ ਹਜੇ ਏਦਾਂ ਕਰਦੇ ਹਾਂ, ਹਜੇ ਰਹਿਣ ਦਿੰਦੇ ਹਾਂ। ਬਹੁਤ ਸਾਰੇ ਕਿਆਸੇ ਲਾ ਜਾ ਰਹੇ ਆ। ਖੈਰ ਇਹ ਸਾਡੀਆਂ ਕਿਆਸ ਰਾਹੀਆਂ ਨੇ, ਇਹਦੇ ਵਿੱਚ ਕੋਈ ਪੁਖਤਾ ਗੱਲ ਨਹੀਂ ਹੈ। ਸੋ ਕਿਆਸ ਰਾਹੀਆਂ ਲੋਕਾਂ ਦੀਆਂ ਵੀ ਨੇ। ਜਿੱਥੋਂ ਤੱਕ ਇੱਕ ਚੀਜ਼ ਮੈਨੂੰ ਲੱਗਦਾ, ਇੱਕ ਚੀਜ਼ ਇਹਦੇ 'ਚ ਜ਼ਰੂਰ ਬਹੁਤ ਵੱਡੀ ਹੋ ਸਕਦੀ ਹੈ ਕਿ ਕੇਜਰੀਵਾਲ ਸਾਹਿਬ ਇਸ ਮੌਕੇ ਤੇ ਇਹ ਜ਼ਰੂਰ ਕਰ ਸਕਦੇ ਆ ਕਿ ਜੇ ਕੋਈ ਬਹੁਤ ਜ਼ਿਆਦਾ, ਮੰਨ ਲਓ ਜਿਵੇਂ ਆਪਾਂ ਗੱਲ ਹੀ ਕਰ ਰਹੇ ਕਿ ਕੇਜਰੀਵਾਲ ਸਾਹਿਬ ਦਾ ਨਾਂ ਆ ਜਾਂਦਾ, ਆਪਣਾ ਆਉਂਦਾ ਹੈ, ਤੇ ਉਹ ਇਹ ਕਹਿ ਸਕਦੇ ਆ ਵੀ ਅਸੀਂ ਥੋੜਾ ਜਿਹਾ ਹੋਰ ਵੇਟ ਕਰ ਲਈਏ। ਇੱਕ ਪਹਿਲੂ ਇਹ ਹੈ ਕਿ ਕੇਜਰੀਵਾਲ ਸ਼ਾਇਦ ਸਥਿਤੀ ਸਪਸ਼ਟ ਹੋਣ ਦੀ ਉਡੀਕ ਵੀ ਕਰ ਰਹੇ ਆ ਕਿ ਪੰਜਾਬ ਦਾ ਚੋਣ ਦ੍ਰਿਸ਼ ਸਾਫ਼ ਹੋ ਜੇ। ਆਮ ਆਦਮੀ ਪਾਰਟੀ ਕਿੱਥੇ ਖੜੀ ਹੈ? ਜੇ ਸੱਚਮੁੱਚ ਸਫਲਤਾ ਸਾਫ਼ ਦਿਸਦੀ ਹੋਈ, ਜੇ ਦਿਸਦਾ ਹੋਇਆ ਕਿ ਆਮ ਆਦਮੀ ਪਾਰਟੀ ਡੋਮੀਨੇਟ ਕਰ ਜਾਊਗੀ, ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਆਊਗੀ, ਤਾਂ ਕੇਜਰੀਵਾਲ ਆਪਣਾ ਨਾਂ ਅਨਾਉਂਸ ਕਰਨਗੇ। ਜੇਕਰ ਅਗਲੇ ਹਫ਼ਤੇ ਜਾਂ 10 ਦਿਨ ਜਾਂ 15 ਦਿਨ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਇਹ ਲੱਗਦਾ ਹੈ ਕਿ ਪਾਰਟੀ ਉਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਰਹੀ
ਜਿੰਨੇ ਦੀ ਉਹ ਤਵੱਕੋਂ ਜਾਂ ਉਮੀਦ ਕਰਦੇ ਆ, ਤਾਂ ਫਿਰ ਉਹ ਆਪਣਾ ਨਾਂ ਸ਼ਾਇਦ ਅੱਗੇ ਨਹੀਂ ਵਧਾਉਣਗੇ। ਜੇ ਉਹ ਪੱਕੇ ਮੁੱਖ ਮੰਤਰੀ ਬਣਦੇ ਹੋਏ ਤੇ ਪਿੱਛੇ ਨਹੀਂ ਹਟਣਗੇ। ਇਹ ਆਮ ਵਿਸ਼ਲੇਸ਼ਕ ਕਹਿੰਦੇ ਆ। ਉਹ ਸਿਰਫ ਸਮਝਣ ਦੀ ਕੋਸ਼ਿਸ਼ ਹੀ ਕਰ ਰਹੇ ਆ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਕਲੀਅਰ ਹੋ ਜੇ, ਤਾਂ ਕਿ ਮੈਂ ਹਰੀ ਹੋਈ ਗੇਮ ਨਾ ਖੇਡਣਾ, ਹਰੀ ਹੋਈ ਲੜਾਈ ਦਾ ਆਗੂ ਨਾ ਬਣਾ। ਮੈਂ ਸਿਰਫ ਤੇ ਸਿਰਫ ਉਸੇ ਸਥਿਤੀ ਦੇ ਵਿੱਚ ਆਪਣੇ ਆਪ ਨੂੰ ਅੱਗੇ ਵਧਾਵਾਂ ਕਿ ਲੋਕ ਭਾਵਨਾਵਾਂ ਦੀ ਕਦਰ ਕਰਦੇ ਆਏ ਆ, ਐਤਕੀ ਵੀ ਕਰਾਂਗੇ। ਮੇਰਾ ਮਨ ਕੋਈ ਨਹੀਂ ਸੀ ਪੰਜਾਬ ਦੇ ਲੋਕਾਂ ਦਾ, ਮੈਂ ਮਾਣ ਨਹੀਂ ਤੋੜ ਸਕਦਾ, ਜੋ ਮੈਨੂੰ ਹੀ ਚਾਹੁੰਦੇ ਆ ਤੇ ਮੈਂ ਬਣਾਂਗਾ। ਇਹ ਉਸ ਸਥਿਤੀ ਦੇ ਵਿੱਚ ਐਲਾਨ ਹੋਊਗਾ ਜਿਸ ਸਥਿਤੀ 'ਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੇ ਨੇੜੇ ਹੋਊਗੀ। 2-4 ਸਰਵੇ ਹੋਰ ਆ ਜਾਣਗੇ ਉਦੋਂ ਤੱਕ, ਤੇ ਬਹੁਤ ਸਾਰੀ ਸਥਿਤੀ ਕਲੀਅਰ ਵੀ ਹੋਊਗੀ। ਪੰਜਾਬ 'ਚ ਲਹਿਰ ਲੂਰ ਦਾ ਵੀ ਕੋਈ ਪੱਖ ਚੱਲ ਪੂ ਉਦੋਂ ਤੱਕ। ਕੇਜਰੀਵਾਲ ਸਾਹਿਬ ਇਹ ਸੋਚ ਕੇ ਚੱਲ ਰਹੇ ਹੋਣਗੇ। ਕੀ ਕਹਿੰਦੇ ਹੋ? ਦੇਖੋ, ਫਿਰ ਉਸ ਵਾਅਦੇ ਦਾ ਕੀ ਹੋਊਗਾ ਜਦੋਂ ਅਰਵਿੰਦ ਕੇਜਰੀਵਾਲ ਸ਼ੁਰੂ ਦੇ ਵਿੱਚ ਐਲਾਨ ਕਰ ਦਿੰਦੇ ਆ ਪਿਛਲੇ ਸਾਲ ਕਿ ਸਾਡਾ ਤਾਂ ਮੁੱਖ ਮੰਤਰੀ ਦਾ ਚਿਹਰਾ ਇੱਕ ਸਿੱਖ ਹੋਊਗਾ। ਜੇ ਲੋਕੀ ਜਾਂ ਜੇ ਉਹਨਾਂ ਨੂੰ ਲੱਗਦਾ ਹੋਵੇ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੀ ਪੋਜੀਸ਼ਨ 'ਚ ਪਹੁੰਚ ਗਈ ਆ ਜਾਂ ਉਸ ਦਾ ਇੰਨਾ ਕੁ ਸਮਰਥਨ ਨੂੰ ਮਿਲ ਰਿਹਾ, ਤੇ ਫਿਰ ਉਸ ਵਾਅਦੇ ਨੂੰ ਭੁੱਲ ਜਾਣਗੇ। ਅਰਵਿੰਦ ਕੇਜਰੀਵਾਲ, ਤੁਸੀਂ ਯਾਦ ਕਰੋ ਰੰਧਾਵਾ ਜੀ, ਮੈਂ ਜ਼ਰੂਰ ਤੁਹਾਨੂੰ ਯਾਦ ਕਰਾਉਣਾ ਨਹੀਂ ਚਾਹੁੰਦਾ, ਸਨ ਨਹੀਂ, 2000 ਉਹਦੇ ਚੋਂ ਇਹ ਗੱਲ ਜ਼ਰੂਰ ਕਹਿ ਦੇਣਗੇ, ਮੈਂ ਇੱਕ ਲਾਈਨ ਕਹਿਦਾ, ਉਹ ਇਹ ਜ਼ਰੂਰ ਕਹਿ ਦੇਣਗੇ ਕਿ ਮੈਂ ਵੱਡਾ ਹੈ ਕਿ ਲੋਕ ਵੱਡੇ। ਲੋਕਤੰਤਰ 'ਚ ਲੋਕ ਵੱਡੇ ਆ, ਮੇਰੇ ਵਾਅਦੇ ਦਾ ਕੀ ਹੈ? ਉਹ ਤਾਂ ਇਕੱਲੇ ਬੰਦੇ ਦਾ ਵਾਅਦਾ ਸੀ ਕਿ ਮੈਂ ਸਿੱਖ ਬਣਾਉਂਗਾ। ਜੇ ਹੁਣ ਬਹੁਤੇ ਲੋਕ ਮੇਰੇ ਉਸ ਸ਼ਬਦਾਂ ਨੂੰ ਗਲਤ ਸਾਬਤ ਕਰ ਗਏ ਤਾਂ ਮੈਂ ਕੀ ਕਰ ਸਕਦਾ? ਜੀ ਬਿਲਕੁਲ ਕੁਝ ਵੀ ਕਹਿ ਸਕਦੇ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਦੂਸਰੀ ਗੱਲ, ਤੁਸੀਂ ਯਾਦ ਕਰੋ ਕਿ ਸਨ 2017 ਚ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬਾਅਦ ਦੇ ਵਿੱਚ ਇਹ ਗੱਲ ਸਪਸ਼ਟ ਹੋ ਗਈ ਸੀ। ਉਸ ਵੇਲੇ ਵੀ ਆਮ ਆਦਮੀ ਪਾਰਟੀ ਨੇ ਆਪਣਾ ਚਿਹਰਾ ਨਹੀਂ ਸੀ ਐਲਾਨਿਆ, ਤੇ ਸਾਰਿਆਂ ਨੂੰ ਇਹ ਲੱਗਦਾ ਕਿ ਸਨ 2017 ਦੇ ਵਿੱਚ ਅਰਵਿੰਦ ਕੇਜਰੀਵਾਲ ਖੁਦ ਜਿਹੜੇ ਆ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਆ, ਔਰ ਇੱਥੇ ਪੰਜਾਬ ਦੇ ਵਿੱਚ ਇੱਕ ਵਧੀਆ ਗਵਰਨੈਂਸ ਦੇ ਕੇ, ਇੱਕ ਵਧੀਆ ਰੂਲ ਆਫ ਲਾਅ ਦੇ ਕੇ ਉਹ ਮਾਡਲ ਤੈਅ ਕਰਨਾ ਚਾਹੁੰਦੇ ਆ, ਜਿਸ ਤਰ੍ਹਾਂ ਕਿ ਗੁਜਰਾਤ ਮਾਡਲ ਦੇ ਕੇ ਨਰਿੰਦਰ ਮੋਦੀ ਭਾਰਤ ਦੇ ਦ੍ਰਿਸ਼ ਤੇ ਪਹੁੰਚੇ ਆ। ਇਹੀ ਗੱਲ ਸੀ ਕਿ ਸਨ 2019 ਦੇ ਵਿੱਚ ਉਹ ਪ੍ਰਧਾਨ ਮੰਤਰੀ ਵੱਲ ਉਹਨਾਂ ਦੀ ਅੱਖ ਸੀ। ਖੈਰ, ਉਹੋ ਜਿਹਾ ਸਮਰਥਨ ਉਹਨਾਂ ਨੂੰ ਮਿਲਿਆ ਨਹੀਂ। ਆਪਾਂ ਨੂੰ ਇਹ ਸਾਰਾ ਕੁਝ ਪਤਾ ਕਿ ਉਸ ਟਾਈਮ ਸਾਰੀ ਜਿਹੜੀ ਆਮ ਆਦਮੀ ਪਾਰਟੀ ਦੀ ਕਵਾਇਦ ਉਧਰ ਸ਼ੁਰੂ ਹੋ ਗਈ ਸੀ। ਲੇਕਿਨ ਇਸ ਵੇਲੇ ਮੈਨੂੰ ਲੱਗਦਾ, ਹਾਲਾਂਕਿ ਪਿਛਲੀ ਵਾਰੀ ਵੀ ਬਹੁਤ ਸੀ ਹਵਾ, ਇਸ ਵੇਲੇ ਵੀ ਬਹੁਤ ਸਾਰੇ ਸਰਵੇ ਉਹਨਾਂ ਨੂੰ ਉੱਤੇ ਵੀ ਦਿਖਾ ਰਹੇ ਆ, ਦੂਸਰੇ ਨੰਬਰ ਤੇ ਵੀ ਦਿਖਾ ਰਹੇ ਆ। ਉਹਨਾਂ ਨੂੰ ਕਈ ਜਿਹੜੇ ਭਾਈਚਾਰਿਆਂ ਦਾ ਸਮਰਥਨ ਮਿਲ ਰਿਹਾ। ਲੇਕਿਨ ਜਦੋਂ ਐਨ ਮੌਕੇ ਤੇ ਚੋਣਾਂ ਆਉਂਦੀਆਂ ਨੇ, ਉਸ ਟਾਈਮ ਜਿਹੜੇ ਅਖੀਰਲੇ ਹਫ਼ਤੇ ਦੇ ਦੌਰਾਨ ਜਾਂ ਅਖੀਰਲੇ 3 ਦਿਨਾਂ ਦੇ ਦੌਰਾਨ ਲੋਕ ਆਪਣਾ ਮਨ ਬਣਾਉਂਦੇ ਨੇ, ਤੇ ਜਿਹੜੀ ਫਲੋਟਿੰਗ ਵੋਟ ਹੁੰਦੀ ਆ, ਮੈਨੂੰ ਲੱਗਦਾ ਹੈ ਕਿ ਉਹ ਬਹੁਤ ਅਹਿਮ ਰੋਲ ਪਲੇ ਕਰਦੀ ਆ। ਇਹ ਹੁਣ ਦੇਖਣਾ ਪਊਗਾ ਅਰਵਿੰਦ ਕੇਜਰੀਵਾਲ ਹੋਣਾ ਨੂੰ। ਔਰ ਮੈਨੂੰ ਇੱਥੇ ਗੱਲ ਭਗਵੰਤ ਮਾਨ ਹੋਣਾ ਦੀ ਜ਼ਰੂਰ ਕਰਨਾ ਚਾਹੂੰਗਾ ਕਿ ਉਹ ਜਿਹੜਾ ਪੈਂਡੂਲਮ ਹੁੰਦਾ ਕਲੌਕ ਦਾ ਨਾ, ਉਹ ਚੱਲਦਾ ਰਹਿੰਦਾ, ਕਦੇ ਇੱਧਰ ਰਾਈਟ ਐਂਡ ਲੈਫਟ ਚੱਲਦਾ। ਉਹਨਾਂ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਕਰਦੀ ਹੈ, ਮੈਨੂੰ ਲੱਗਦਾ। ਔਰ ਸਾਰਿਆਂ ਨੂੰ ਪਤਾ, ਇਹ ਕੋਈ ਗੱਲ ਲੁਕੀ ਛੁਪੀ ਨਹੀਂ ਹੈ ਕਿ ਭਗਵੰਤ ਮਾਨ ਚਾਹਵਾਨ ਨੇ ਔਰ ਬਹੁਤ ਦੇਰ ਤੋਂ ਉਹ ਲੱਗੇ ਹੋਏ ਨੇ। ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ। ਇਸ ਗੱਲ 'ਚ ਵੀ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਸਮਝਣ ਦੇ ਵਿੱਚ ਨਾਕਾਮਯਾਬ ਨੇ। ਇਹ ਗੱਲ ਕਹਿਣੀ ਵੀ ਇੱਥੇ ਜ਼ਰੂਰੀ ਬਣਦੀ ਹੈ। ਜੀ ਰੰਧਾਵਾ ਜੀ, ਸ਼ੁਰੂ 'ਚ ਕਿਹਾ ਜਾਂਦਾ ਸੀਗਾ ਕਿ ਪੰਜਾਬ ਦੇ ਵਿੱਚ ਬਣਨ ਲਈ ਇੱਕ ਚੰਗਾ ਭਲਾ ਸਿੱਖ ਸੰਜੀਦਾ ਜਿਹਾ ਚਾਹੀਦਾ ਮੁੱਖ ਮੰਤਰੀ। ਇਹ ਆਮ ਹੀ ਪਿਛਲੇ ਦਿਨਾਂ 'ਚ ਗੱਲ ਅੱਗੇ ਵਧਾਈ ਗਈ। ਹਾਲਾਂਕਿ ਤਾਂ ਮੈਨੂੰ ਨਹੀਂ ਕੋਈ ਲੌਜਿਕ ਲੱਗਦਾ, ਬੰਦਾ ਤੇ ਬੰਦਾ ਹੀ ਆ, ਉਹ ਸਿੱਖ ਆ ਜਾਂ ਹਿੰਦੂ ਆ ਜਾਂ ਕ੍ਰਿਸਚਨ ਆ ਜਾਂ ਉਹ ਮੁਸਲਮਾਨ, ਕੀ ਫਰਕ ਪੈਂਦਾ? ਲੇਕਿਨ ਭਗਵੰਤ ਮਾਨ ਸਾਹਿਬ ਨੇ ਉਹ ਸ਼ਰਤਾਂ ਵੀ ਲਗਭਗ ਪੂਰੀਆਂ ਕਰ ਲਈਆਂ। ਹੁਣ ਉਹਨਾਂ ਦੀ ਜਿਹੜੀ ਦਾੜੀ ਵਧੀ ਹੋਈ ਆ, ਉਹ ਉਹਨਾਂ ਦਾ ਚਿਹਰਾ ਵੀ ਕਾਫੀ ਅੱਗੇ ਨਾਲੋਂ ਬਦਲ ਗਿਆ। ਲੇਕਿਨ ਉਹ ਭਾਸ਼ਾ ਤੇ ਸਰੀਰਕ ਭਾਸ਼ਾ, ਸ਼ਬਦ, ਹਾਵ ਭਾਵ, ਉਹ ਨਾ ਆਪਸ ਵਿੱਚ ਕੋਈ ਮੇਲ ਮੁਲਾਕਾਤ ਜੀ ਠੀਕ ਲੱਗਦੀ ਨਹੀਂ। ਲੇਕਿਨ ਜੇ ਮੈਂ ਆਖਰੀ ਗੱਲ ਇਹਦੇ 'ਚ ਇਹ ਕਹਿਦਾ, ਤੁਸੀਂ ਕਿਹਾ ਕਿ ਫਲੋਟਿੰਗ ਵੋਟ, ਐਤਕੀ ਫਲੋਟਿੰਗ ਵੋਟ ਨੂੰ ਵੀ ਅੰਦਾਜ਼ਾ ਨਹੀਂ ਹੋ ਰਿਹਾ ਕਿ ਅਸੀਂ ਕਿਹੜੇ ਸ਼ਾਬੇ 'ਚ ਝੁਕਣਾ। ਬੰਦੇ ਬੜੇ ਆ ਗਏ, ਦੇਖੋ ਨਾ ਜੀ। ਹੁਣ ਅਕਾਲੀਆਂ ਨੇ ਵੀ ਨਵਾਂ ਗੱਠਜੋੜ ਕਰ ਲਿਆ, ਉਹ ਪੁਰਾਣੇ ਨਹੀਂ ਰਹੇ। ਉਹ ਕਹਿੰਦੇ ਅਸੀਂ ਬਿਲਕੁਲ ਨਵੇਂ ਹੋ ਗਏ, ਦੇਖੋ ਆਪਾਂ ਪੂਰੀ ਤਰ੍ਹਾਂ ਸਾਬਣ ਨਾਲ ਧੋ ਕੇ ਆਏ ਆ। ਦੂਜੇ ਬੰਨੇ ਜੇਕਰ ਤੁਸੀਂ ਕਾਂਗਰਸ ਵੱਲ ਦੇਖਦੇ ਹੋ, ਉਹ ਕਹਿੰਦੇ ਜੀ ਦੇਖੋ ਅਸੀਂ 20 ਸਾਲਾਂ ਦੀ ਜਿਹੜਾ ਜਮੂਦ ਤੋੜਤਾ, ਅਸੀਂ ਤਾਂ ਇੱਕ ਦੱਬੇ ਕੁਚਲੇ ਵਰਗਾਂ ਦੇ ਵਿੱਚੋਂ ਬੰਦਾ ਲਿਆਂਦਾ ਜਿਹੜਾ ਹੈ ਹੀ ਲੋਕਾਂ ਦਾ। ਉਹ ਵੀ ਕਹਿੰਦੇ ਅਸੀਂ ਧੋ ਕੇ ਆਏ ਚੰਗੀ ਤਰ੍ਹਾਂ, ਹਨਾ, ਸਰਫ ਨਾਲ। ਤੇ ਤੀਜੇ ਜਿਹੜੇ ਨੇ ਉਹ ਸੰਯੁਕਤ ਸਮਾਜ ਮੋਰਚੇ ਵਾਲੇ, ਤੇ ਹੈ ਹੀ ਨਵੇਂ, ਉਹ ਨਵੇਂ ਨੇ, ਤੇ ਉਹ ਆਏ ਵੀ ਚੇਤਨਾ ਦੇ ਉਸ ਲਹਿਰ ਦੇ ਨਾਲ ਆ। ਉਹਨਾਂ ਨੂੰ ਤੁਸੀਂ ਅਜੇ ਸਮਝ ਹੀ ਨਹੀਂ ਸਕਦੇ ਵੀ ਉਹਨਾਂ ਨਾਲ ਕੀ ਵਾਪਰਨ ਵਾਲਾ। ਉਹ ਇੱਕ ਵੱਖਰੀ ਜੀ ਗੇਮ ਆ। ਲੇਕਿਨ ਜੇ ਇਸ ਸਾਰੇ ਦ੍ਰਿਸ਼ ਦੇ ਵਿੱਚ ਬੀਜੇਪੀ ਨੂੰ ਤੁਸੀਂ ਕੈਪਟਨ ਤੇ ਢੀਂਡਸਿਆਂ ਨੂੰ ਦੇਖੋਗੇ, ਤੇ ਉਹ ਵੀ ਬਿਲਕੁਲ ਹੀ ਨਵਾਂ ਗੱਠਜੋੜ ਆ।
ਐਤਕੀ ਫਲੋਟਿੰਗ ਵੋਟ ਵੀ ਤੈਰਦੀ ਆ ਵੀ ਕਿੱਥੇ ਜਾਈਏ, ਕਿਹੜੇ ਜਾ ਕੇ ਡਿੱਗੀਏ ਕਿੱਥੇ। ਇਹ ਦਿਲਚਸਪ ਹੋਣ ਵਾਲਾ। ਮੇਰੇ ਖਿਆਲ ਆਪਾਂ ਹੁਣ ਖਤਮ ਕਰ ਦਿੰਨੇ ਆ, ਆਪਾਂ 30 ਮਿੰਟ ਲੰਘ ਆਏ ਆ, ਨਾ ਕਰਦੇ ਪਿਆਰ ਤੁਮ ਹੀ ਸੇਕਾ ਬੈਠੇ ਹੈ। ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਰੰਧਾਵਾ ਜੀ।